ਵਾਹਿਗੁਰੂ ਸਾਹਿਬ ਜੀਓ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਤ ਮਿਹਰਬਾਨ, ਬੰਧ ਪਾਇਆ ਮੇਰੇ ਸਤਿਗੁਰ ਪੂਰੈ। ਹੋਈ ਸਰਬ ਕਲਿਆਣ, ਜਿਉ ਪਾਏ ਪਿੰਡ ਜਿਨ ਸਾਜਿਆ। ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ, ਕਿਰਤ ਕਰਮ ਕੇ ਵਿਛੜੇ। ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ। ਥਕ ਆਏ ਪ੍ਰਭ ਕੀ ਸ਼ਾਮ, ਤੈਨ ਦੁਦਹਿ ਤੇ ਬਾਹਰੀ। ਕਿਤੈ ਨ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੀ। ਉਪਜੈ ਨਾਹੀ ਦਾਮ, ਹਰ ਨਾਹ ਨ ਮਿਲਿਐ ਸਾਜਨੈ। ਕਤ ਪਾਈਐ ਬਿਸਰਾਮ, ਜਿਤ ਘਰ ਹਰ ਕੰਤ ਨਾ ਪ੍ਰਗਟਾਈ। ਭੱਠ ਨਗਰ ਸੇ ਗ੍ਰਾਮ, ਸਰਬ ਸਿਗਾਰ ਤੰਬੋਲ ਰਸ। ਸਣ ਦੇਹੀ ਸਭ ਖਾਮ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਬਖਸ਼ ਲਿਹੋ ਤੋ ਨਾਨਕ ਸੀਜੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਵਰੂਪ, ਅੰਤਰਜਾਮੀ ਸਰਬ ਕਲਾ ਸਮਰੱਥ, ਅਕਾਲ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਹਰ ਰੋਜ਼ ਦੀ ਤਰ੍ਹਾਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜੀਵਨ ਇਤਿਹਾਸ, ਉਹਨਾਂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਉਪਦੇਸ਼
ਜੋ ਕਿ ਪਾਵਨ ਬਾਣੀ ਵਿੱਚ ਸੁਭਾਏਮਾਨ ਹਨ, ਹਰ ਰੋਜ਼ ਆਪਾਂ ਵਿਚਾਰ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਆਓ ਅੱਜ ਦੇ ਇਸ ਵਕਤ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੋ 11 ਸਾਲ ਗੋਇੰਦਵਾਲ ਸਾਹਿਬ ਰਹੇ, ਔਰ ਜਦੋਂ ਉਹ 11 ਸਾਲ ਦੇ ਹੋਏ, ਗੁਰੂ ਅਮਰਦਾਸ ਉਹਨਾਂ ਦੇ ਜੋ ਨਾਨਾ ਗੁਰੂ ਸਨ, ਉਹ ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਦੇ ਕੇ ਆਪ ਉਹਨਾਂ ਨੇ ਸਰੀਰਕ ਜੀਵਨ ਦੀ ਖੇਡ ਨੂੰ ਸਮੇਟਿਆ। ਇਸ ਤੋਂ ਅਗਲੇ 11 ਤੋਂ ਲੈ ਕੇ ਤਕਰੀਬਨ 17 ਸਾਲ ਜੋ ਦਿਨ ਸਮਾਂ ਬਣਦਾ ਹੈ, ਇਹ ਵਕਤ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸਿੱਖ ਰੂਪ ਵਿੱਚ ਬੀਤਿਆ ਹੈ। 7 ਸਾਲ ਉਹਨਾਂ ਨੇ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੀ ਅਰਦਲ ਵਿੱਚ ਚਰਨਾਂ ਵਿੱਚ ਨਿਰੰਤਰ ਗੁਰਮਤ ਅਨੁਸਾਰ ਸੇਵਾ ਕੀਤੀ। ਆਓ ਅੱਜ ਦੇ ਇਸ ਸਮੇਂ ਵਿੱਚ ਉਹਨਾਂ ਦਾ ਉਹ ਸਿੱਖ ਜੀਵਨ ਔਰ ਗੁਰਤਾ ਗੱਦੀ ਪ੍ਰਾਪਤ ਕਰਨ ਤੱਕ ਦਾ ਸਫ਼ਰ ਆਪਾਂ ਵਾਚਨ ਦਾ ਯਤਨ ਕਰਾਂਗੇ। ਸਾਰੇ ਹੀ ਕਰੋ ਕਿਰਪਾ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਝੁਕਾਓ ਸੀਸ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇੱਕ ਬਚਨ ਆਪਾਂ ਹੁਣੇ ਪੜ੍ਹਿਆ। ਆਮ ਤੌਰ ਤੇ ਮਨੁੱਖ ਦੇ ਅੰਦਰ ਦੀ ਇੱਕ ਮੰਗ ਹੈ ਕਿ ਉਹ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹਿਣਾ ਚਾਹੁੰਦਾ। ਯਤਨ ਹਰ ਇੱਕ ਦਾ ਹੈ ਕਿ ਮੈਂ ਸੁਤੰਤਰ ਹੋਵਾਂ, ਮੈਂ ਕਿਸੇ ਦੇ ਪ੍ਰਭਾਵ ਥੱਲੇ ਨਾ ਹੋਵਾਂ। ਆਜ਼ਾਦੀ ਦੇ ਹੀ ਅਰਥ ਮੁਕਤੀ ਨੇ, ਖਿਆਲ ਰੱਖਣਾ। ਮੁਕਤੀ ਇੱਕ ਐਸੀ ਦਸ਼ਾ ਹੈ ਜਿਸ ਨੂੰ ਆਪਾਂ ਨਿਰੰਤਰ ਆਜ਼ਾਦੀ ਕਹਿ ਸਕਨੇ ਹਾਂ। ਆਜ਼ਾਦ ਰਹਿਣਾ, ਖੁੱਲ੍ਹੇ ਰਹਿਣਾ, ਕਿਸੇ ਦੇ ਪ੍ਰਭਾਵ ਤੋਂ ਬਿਨਾਂ ਰਹਿਣਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਮੁਕਤੀ ਦੀ, ਆਜ਼ਾਦ ਰਹਿਣ ਦੀ ਕਲਾ ਦੱਸੀ ਹੈ। ਪਰ ਉਹਨਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਇੱਕ ਕੰਮ ਕਰਨਾ ਪਏਗਾ। ਜੇ ਤੂੰ ਸਾਰੇ ਬੰਧਨਾਂ ਤੋਂ ਮੁਕਤ ਹੋਣਾ ਹੈ ਤੇ ਇੱਕ ਬੰਧਨ ਤੈਨੂੰ ਆਪਣੇ ਗਲ ਵਿੱਚ ਪਾਉਣਾ ਹੀ ਪਏਗਾ। ਜੇ ਤੂੰ ਆਪਣੇ ਜੀਵਨ ਦੀ ਕਲਿਆਣ ਕਰਨੀ ਹੈ, ਆਪਣੇ ਆਪ ਨੂੰ ਨਿਰੰਤਰ ਮੁਕਤ ਕਰਨਾ ਹੈ ਕਿ ਤੈਨੂੰ ਕੋਈ ਦੁੱਖ ਦਾ ਬੰਧਨ ਨਾ ਪਵੇ, ਤੈਨੂੰ ਕਿਸੇ ਦੇ ਪ੍ਰਭਾਵ ਥੱਲੇ ਨਾ ਜਿਉਣਾ ਪਏ। ਇੱਥੋਂ ਤੱਕ ਕਿ ਬੰਦੇ ਦੇ ਕਈ ਬੰਧਨ ਨੇ, ਰੁਕਾਵਟਾਂ ਨੇ, ਉਹਨਾਂ ਵਿੱਚੋਂ ਸਭ ਤੋਂ ਵੱਡਾ ਬੰਧਨ ਮੌਤ ਹੈ। ਜੇ ਤੂੰ ਮੌਤ ਦੇ ਬੰਧਨ ਤੋਂ ਵੀ ਪਾਰ ਜਾਣਾ ਹੈ ਤਾਂ ਤੈਨੂੰ ਗੁਰੂ ਦੇ ਬੰਧਨ ਵਿੱਚ ਆਉਣਾ ਪਏਗਾ। ਪਰ ਬੰਦਾ ਦੋਵਾਂ ਪਾਸੇ ਤੁਰਦਾ ਹੈ। ਇੱਕ ਪਾਸੇ ਕਹਿੰਦਾ ਮੈਂ ਗੁਰੂ ਦੇ ਬੰਧਨ ਵਿੱਚ ਨਹੀਂ ਪੈਣਾ, ਸਾਰੇ ਬੰਧਨ ਮੇਰੇ ਨਸ਼ਟ ਹੋ ਜਾਣੇ ਚਾਹੀਦੇ ਨੇ, ਟੁੱਟ ਜਾਣੇ ਚਾਹੀਦੇ। ਇਸ ਤਰ੍ਹਾਂ ਕਦੀ ਨਹੀਂ ਹੋਇਆ। ਸਤਿਗੁਰੂ ਨੇ 2 ਚੀਜ਼ਾਂ ਸਾਨੂੰ ਦਿੱਤੀਆਂ ਨੇ। ਮੈਂ 2 ਸ਼ਬਦ ਵਰਤਾਂਗਾ। ਉਹਦੇ ਵਿੱਚ ਇੱਕ ਹੈ ਵਿਸ਼ਵਾਸ ਕਰਨਾ, ਸ਼ਰਧਾ ਕਰਨੀ, ਭਰੋਸਾ ਕਰਨਾ। ਇਹਦਾ ਇੱਕ ਵਿਰੋਧੀ ਤੱਤ ਹੈ, ਉਹਨੂੰ ਕਹਿੰਦੇ ਨੇ ਸ਼ੱਕ ਕਰਨਾ, ਤਰਕ ਕਰਨਾ, ਸਵਾਲ ਉਠਾਉਣਾ, ਕਿੰਤੂ ਕਰਨਾ। ਦੋਵੇਂ ਹੀ ਸਾਡੇ ਦਿਮਾਗ ਦੀਆਂ ਦਸ਼ਾ ਨੇ। ਕਦੀ ਸਾਡਾ ਮਨ ਵਿਸ਼ਵਾਸ ਵਿੱਚ ਆਉਂਦਾ ਹੈ, ਭਰੋਸਾ ਕਰਦਾ ਹੈ, ਸ਼ਰਧਾ ਕਰਦਾ ਹੈ, ਤੇ ਕਦੀ ਸਾਡਾ ਮਨ ਸ਼ੱਕ ਕਰਦਾ ਹੈ, ਬੇਭਰੋਸਗੀ ਕਰਦਾ ਹੈ।
ਇਹ ਦੋਵੇਂ ਹੀ ਚੀਜ਼ਾਂ ਗਲਤ ਨਹੀਂ। ਸ਼ੱਕ ਵੀ ਮਨੁੱਖ ਦੇ ਮਨ ਦੀ ਉਪਜ ਹੈ ਤੇ ਕੁਦਰਤੀ ਉਹਦੇ ਵਿੱਚ ਪਾਇਆ ਰੱਬ ਨੇ। ਜੇ ਮਨੁੱਖ ਦਾ ਦਿਮਾਗ ਤੰਦਰੁਸਤ ਹੋਵੇਗਾ, ਸ਼ੱਕ ਵੀ ਕਰੇਗਾ ਤੇ ਸ਼ਰਧਾ ਵੀ ਕਰੇਗਾ, ਦੋਵੇਂ ਚੀਜ਼ਾਂ ਕਰੇਗਾ। ਅਸੀਂ ਕਈ ਵਾਰੀ ਕਹਿੰਦੇ ਹਾਂ ਸ਼ਰਧਾ ਕਰੀ ਜਾਓ, ਸ਼ੱਕ ਨਾ ਕਰੋ। ਨਹੀਂ, ਸ਼ੱਕ ਵੀ ਮਨੁੱਖ ਦੇ ਦਿਮਾਗ ਦੀ ਇੱਕ ਉਪਜ ਹੈ, ਉਹਦੇ ਮਨ ਵਿੱਚ ਪਿਆ ਹੈ, ਉਹਨੂੰ ਦਬਾਇਆ ਨਹੀਂ ਜਾ ਸਕਦਾ। ਸ਼ਰਧਾ ਵੀ ਉਹਦੇ ਮਨ ਦੀ ਇੱਕ ਉਪਜ ਹੈ, ਪਰ ਸਤਿਗੁਰੂ ਨੇ ਕਿਹਾ ਵਰਤੋਂ ਦੋਵਾਂ ਦੀ ਕਰ, ਸ਼ੱਕ ਵੀ ਕਰ ਤੇ ਸ਼ਰਧਾ ਵੀ ਕਰ, ਪਰ ਇਹ ਖਿਆਲ ਰੱਖੀ ਇਹ ਜਾਂਚ ਸਿੱਖ ਗੁਰੂ ਤੋਂ, ਸ਼ੱਕ ਕਿਹਦੇ ਤੇ ਕਰਨਾ ਹੈ ਤੇ ਸ਼ਰਧਾ ਕਿਹਦੇ ਤੇ ਕਰਨੀ ਹੈ। ਹਜ਼ੂਰ ਨੇ ਕਿਹਾ, ਬਾਣੀ ਦਾ ਸਾਰਾਂਸ਼ ਕਈ ਸ਼ਬਦਾਂ ਦੇ ਅਰਥ ਮੈਂ ਤੁਹਾਡੇ ਨਾਲ ਸਾਂਝੇ ਕਰਾਂ। ਸਤਿਗੁਰੂ ਨੇ ਕਿਹਾ ਸ਼ੱਕ ਕਰਨਾ ਹੀ ਤੇ ਮਨ ਤੇ ਕਰ, ਸ਼ਰਧਾ ਕਰਨੀ ਹੈ ਤੇ ਗੁਰੂ ਤੇ ਕਰ। ਤੂੰ ਇਹਦੇ ਉਲਟ ਚਲਾ ਗਿਆ, ਤੂੰ ਸ਼ਰਧਾ ਮਨ ਤੇ ਭਰੋਸਾ ਮਨ ਤੇ ਕਰ ਲਿਆ ਤੇ ਸ਼ੱਕ ਗੁਰੂ ਤੇ ਕਰ ਲਿਆ। ਚੀਜ਼ਾਂ ਦੋਵੇਂ ਹੀ ਮਾੜੀਆਂ ਨਹੀਂ। ਗੁਰਮੁਖ ਤੇ ਮਨਮੁਖ ਵਿੱਚ ਫਰਕ ਕੀ ਹੈ? ਮਨਮੁਖ ਮਨ ਤੇ ਸ਼ੱਕ ਨਹੀਂ ਕਰਦਾ, ਉਹ ਮਨ ਤੇ ਭਰੋਸਾ ਕਰ ਲੈਂਦਾ ਹੈ। ਤੇ ਦੂਜੇ ਪਾਸੇ ਗੁਰੂ ਜਦੋਂ ਕੋਈ ਗੱਲ ਕਹਿੰਦਾ ਹੈ, ਗੁਰੂ ਦੇ ਗਿਆਨ ਨੂੰ ਪੁਣ ਕੇ ਪੀਂਦਾ ਹੈ, ਉਹਦੇ ਵਿੱਚੋਂ ਜਿਹੜਾ ਗਿਆਨ ਉਹਦੇ ਮਨ ਨਾਲ ਸੰਬੰਧਿਤ ਹੁੰਦਾ ਉਹਨੂੰ ਧਾਰਨ ਕਰ ਲੈਂਦਾ ਹੈ ਤੇ ਬਾਕੀ ਨੂੰ ਪੁਣ ਕੇ ਪਾਸੇ ਸਿੱਟ ਦਿੰਦਾ ਹੈ। ਗੁਰੂ ਤੇ ਸ਼ੱਕ, ਮਨ ਤੇ ਭਰੋਸਾ ਜ਼ਿੰਦਗੀ ਦੀ ਤਬਾਹ ਕੁਣ ਦਸ਼ਾ ਹੈ। ਤੇ ਸਤਿਗੁਰੂ ਨੇ ਕਿਹਾ ਚੀਜ਼ਾਂ ਦੋਵੇਂ ਹੀ ਮਾੜੀਆਂ ਨਹੀਂ, ਸ਼ੱਕ ਵੀ ਕਰਿਆ ਕਰ। ਕੀ ਗੁਰੂ ਅਰਜਨ ਦੇਵ ਜੀ ਨੇ ਤਰਕ ਨਹੀਂ ਦਿੱਤਾ? ਮੈਂ ਕੱਲ ਵਿੱਚ ਕੁਝ ਸ਼ਬਦ ਛੱਡ ਗਿਆ ਸਾਂ, ਸਮਾਂ ਹੋ ਗਿਆ ਸੀ। ਤਰਕ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਨੇ, ਸਵਾਲ ਕੀਤੇ ਨੇ। ਕੱਲ ਮੈਂ ਇੱਕ ਬਚਨ ਸਾਂਝਾ ਕੀਤਾ ਸੀ, ਕਹਿੰਦੇ ਨੇ ਪਾਠ ਕਰ, ਗਾਵੋ ਸੁਣੋ ਪੜੋ ਨਿਤ ਭਾਈ, ਗੁਰ ਪੂਰੈ ਤੂੰ ਰਾਖਿਆ ਪ੍ਰਭ ਬਾਣੀ, ਸ਼ਬਦ ਸੁਭਾਖਿਆ। ਇੱਥੇ ਸ਼ਰਧਾ ਕੀਤੀ, ਸ਼ਰਧਾ ਦੀ ਗੱਲ, ਤੇ ਨਾਲ ਇੱਕ ਬਚਨ ਕਹਿ ਦਿੱਤਾ। ਉਹ ਬਚਨ ਸੀ ਸਾਹਿਬ ਨੇ ਕਿਹਾ, ਮੈਂ ਵਿੱਚ ਇੱਕ ਬੇਨਤੀ ਕਰਦਿਆਂ ਆਪਣੇ ਸੈੱਲ ਫੋਨ ਬੰਦ ਰੱਖਿਆ ਕਰੋ। ਇਹ ਵੈਸੇ ਕਹਿਣ ਦੀ ਜ਼ਰੂਰਤ ਨਹੀਂ, ਆਪਣੇ ਆਪ, ਕਿਉਂਕਿ ਚੱਲਦੀ ਧਾਰਾ ਇੱਕ ਵਾਰੀ ਵਿੱਚ ਘੰਟੀ ਵੱਜ ਜਾਏ ਤੇ ਸਾਰਾ ਕੁਝ ਹਿੱਲ ਜਾਂਦਾ ਹੈ। ਇਸ ਲਈ ਆਪ ਜੀ ਸਾਰਿਆਂ ਨੂੰ ਬੇਨਤੀ ਹੈ, ਵੈਸੇ ਤੇ ਇਹਨਾਂ ਨੂੰ ਬਾਹਰ ਰੱਖਿਆ ਕਰੋ, ਜੇ ਰਹਿਣੇ ਨੇ ਇਹਨਾਂ ਨੂੰ ਬੰਦ ਕਰ ਦਿਓ। ਆਪਾਂ ਅੱਧਾ ਘੰਟਾ ਜਿੰਨਾ ਕੁ ਸਮਾਂ ਲਾਉਣਾ। ਦੂਸਰੀ ਬੇਨਤੀ, ਜਿਨ੍ਹਾਂ ਨੇ ਵਿੱਚੋਂ ਉੱਠ ਕੇ ਜਾਣਾ ਹੁੰਦਾ ਹੈ ਉਹ ਪਿੱਛੇ ਬੈਠਿਆ ਕਰੋ। ਇਹ ਕੁਝ ਚੀਜ਼ਾਂ ਜ਼ਰੂਰੀ ਨੇ, ਦੂਜੀ ਸੰਗਤ ਦਾ ਧਿਆਨ ਵੰਡਿਆ ਜਾਂਦਾ ਹੈ। ਮੈਂ ਫਿਰ ਉਸ ਪ੍ਰਸੰਗ ਵੱਲ ਆਵਾਂ। ਸਤਿਗੁਰੂ ਨੇ ਇੱਕ ਪਾਸੇ ਬਾਣੀ ਪੜ੍ਹਨ ਲਈ ਕਿਹਾ ਹੈ, ਪਾਠ ਕਰਨ ਲਈ ਕਿਹਾ ਹੈ, ਪਰ ਨਾਲ ਉਹਨਾਂ ਦੇ ਸ਼ਬਦ ਆ ਜਾਣਗੇ। ਇੱਕ ਲੰਬੀ ਅਸ਼ਟਪਦੀ ਹੈ, ਸਾਹਿਬ ਕਹਿੰਦੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਹੁਣ ਇੱਥੇ ਵੀ ਤੇ ਪਾਠ ਹੀ ਹੈ ਨਾ ਸ਼ਬਦ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਨਿਵਲ ਭੁਯੰਗਮ ਦਾ ਅਰਥ ਹੈ ਪੇਟ ਦੀਆਂ ਨਾੜੀਆਂ ਨੂੰ ਸੋਧਣਾ, ਯੋਗ ਮਤ ਦੇ ਅਨੁਸਾਰ ਵੇਦ ਸ਼ਾਸਤਰਾਂ ਦੀ ਵਿਚਾਰ ਕਰਨੀ। ਨਿਵਲ ਭੁਯੰਗਮ ਸਾਧੇ। ਸਤਿਗੁਰੂ ਨੇ ਅੱਗੇ ਕਿਹਾ, ਪੰਚ ਜਨਾਂ ਸੋ ਸੰਗ ਨਾ ਛੁਟਕਿਓ, ਅਧਿਕ ਅਹਾਂ ਬੁੱਧ ਬਾਂਧੇ। ਤੇ ਇੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਚਨ ਕਿਹਾ ਹੈ, ਉਹ ਕਹਿੰਦੇ ਨੇ ਕੱਲੇ ਵੇਦਾਂ ਦੀ ਵਿਚਾਰ ਨਹੀਂ, ਕੱਲੇ ਯੋਗ ਮਤ ਦੀ ਗੱਲ ਨਹੀਂ, ਕੱਲੇ ਪਾਠ ਦੀ ਗੱਲ ਨਹੀਂ। ਬੰਦਾ ਸੇਵਾ ਵੀ ਕਰਦਾ ਹੋਵੇ ਤੇ ਸੇਵਾ ਕਰਦਿਆਂ ਜੇ ਭਾਵਨਾ ਸ਼ੁੱਧ ਨਾ ਹੋਵੇ, ਨਿਸ਼ਕਾਮਤਾ ਨਾ ਹੋਵੇ, ਤੇ ਸੇਵਾ ਜਿੰਨੀ ਜ਼ਿਆਦਾ ਬੰਦਾ ਕਰੇਗਾ ਉਹਨਾਂ ਉਹਦੇ ਵਿੱਚ ਈਰਖਾ ਵੱਧ ਜਾਏਗੀ। ਉਹਨਾਂ ਦਾ ਮੈਂ ਕੱਲ ਇੱਕ ਬਚਨ ਪੜ੍ਹਿਆ ਤੇ ਮੈਂ ਹੈਰਾਨ ਹੋ ਗਿਆ, ਕਿਉਂਕਿ ਉਹ ਐਸੇ ਲਿਖਾਰੀ ਨੇ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਤੇ ਸਿੱਖੀ ਨੂੰ ਹੰਢਾਇਆ, ਹੰਢਾਉਣ ਤੋਂ ਬਾਅਦ ਲਿਖਿਆ। ਗੱਲ ਉਹਨਾਂ ਨੇ ਲਿਖੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਨਾਲ ਲਿਖੀ ਪ੍ਰਿਥੀ ਚੰਦ ਦੀ। ਕਹਿਣ ਲੱਗੇ ਫਰਕ ਕੀ ਪਿਆ ਦੋਵਾਂ ਦੇ ਵਿੱਚ? ਦੋਵੇਂ ਭਰਾ ਨੇ, ਮਾਂ ਇੱਕੋ ਤੇ ਪਿਤਾ ਵੀ ਇੱਕ ਹੈ। ਔਰ ਉਹਨਾਂ ਇਹ ਵੀ ਲਿਖਿਆ ਹੈ, ਉਹ ਕਹਿੰਦੇ ਨੇ ਜਦੋਂ ਪ੍ਰਿਥੀ ਚੰਦ ਜੀ ਦਾ ਜੀਵਨ ਵੇਖਦੇ ਹਾਂ, ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਦਾ, ਤੇ ਸੇਵਾ ਦੇ ਪੱਖੋਂ
ਉਹਨਾਂ ਦਾ ਜੀਵਨ ਬਹੁਤ ਵੱਡਾ ਲੱਗਦਾ। ਪ੍ਰਬੰਧ ਬੜਾ ਕਰਦੇ ਨੇ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਜੇ ਪ੍ਰਬੰਧ ਦੇ ਮਾਮਲੇ ਵਿੱਚ ਵੇਖੋ ਤੇ ਜਿੰਨਾ ਪ੍ਰਬੰਧ ਪ੍ਰਿਥੀ ਚੰਦ ਕਰਦਾ ਹੈ ਉਹਨਾਂ ਪ੍ਰਬੰਧ ਗੁਰੂ ਅਰਜਨ ਦੇਵ ਜੀ ਤੋਂ ਨਹੀਂ ਹੁੰਦਾ। ਹਜ਼ਾਰਾਂ ਸੰਗਤ ਆਉਂਦੀ ਹੈ, ਫਰਕ ਕੀ ਪੈ ਗਿਆ? ਉਹਨਾਂ ਨੇ ਕਿਹਾ ਸੇਵਾ ਜ਼ਰੂਰ ਕਰਦੇ ਸਨ, ਪ੍ਰਬੰਧ ਜ਼ਰੂਰ ਕਰਦੇ ਸਨ, ਪਰ ਉਹਨਾਂ ਦੀ ਅੰਦਰਲੀ ਭਾਵਨਾ ਦੇ ਵਿੱਚ ਨਿਸ਼ਕਾਮਤਾ ਨਹੀਂ ਸੀ, ਨਿਸ਼ਾਨਾ ਰੱਖ ਕੇ ਕਰਦੇ ਸਨ। ਸੇਵਾ ਬਗਲੇ ਵਾਲੀ ਗੱਲ ਸੀ। ਗੁਰੂ ਨਾਨਕ ਦੇਵ ਜੀ ਨੇ ਸ਼ਲੋਕ ਕਿਹਾ, ਕਹਿੰਦੇ ਨੇ ਇੱਕ ਬੰਦਾ ਪੂਜਾ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਆਸਾ ਦੀ ਵਾਰ ਵਿੱਚ ਵੀ ਬਚਨ, ਗੱਲ ਭਾਵਨਾ ਤੇ ਖੜੀ, ਖਿਆਲ ਰੱਖਣਾ। ਜਿਹੜਾ ਗੁਰੂ ਕੇ ਚਰਨੀ ਗੁਰਸਿੱਖ ਲੱਗਾ ਹੈ, ਉਹ ਜ਼ਰੂਰੀ ਨਹੀਂ ਕਿ ਸਾਰੇ ਪਾਪ ਉਹਦੇ ਅੱਜ ਹੀ ਧੁੱਪ ਗਏ ਨੇ। ਪਾਪ ਤੇ ਅੰਦਰ ਨੇ, ਜੇ ਅਵਗੁਣ ਹਨ, ਪਰ ਪ੍ਰਵਾਨ ਕਿਹੜਾ ਹੋਇਆ? ਪ੍ਰਵਾਨ ਕੌਣ ਹੋਇਆ? ਗੁਰੂ ਦੇ। ਇੱਕ ਚੀਜ਼ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਹੁਤ ਕੁਝ ਬੋਲਿਆ, ਖਿਆਲ ਰੱਖਣਾ। ਸੇਵਾ ਤੇ ਵੀ ਬੋਲਿਆ, ਬਾਣੀ ਸੇਵਾ ਤੇ ਵੀ ਬੋਲਦੀ ਏ, ਸਿਮਰਨ ਤੇ ਵੀ ਬੋਲਦੀ ਹੈ, ਦਾਨ ਤੇ ਵੀ ਗੱਲ ਕੀਤੀ ਗਈ ਏ, ਪਾਠ ਤੇ, ਵਿਦਿਆ ਤੇ, ਪਰ ਉਪਕਾਰ ਤੇ, ਸਮਾਜ ਤੇ, ਰਾਜਨੀਤੀ ਤੇ, ਧਰਮ ਤੇ, ਸਾਰੇ ਪੱਖਾਂ ਤੇ ਬੋਲਿਆ ਹੈ। ਪਰ ਜ਼ੋਰ ਦਿੱਤਾ ਇੱਕ ਚੀਜ਼ ਤੇ, ਕਹਿਣ ਲੱਗੇ ਨੀਅਤ ਰਾਸ ਕਰ ਲੈ। ਜੇ ਨੀਅਤ ਰਾਸ ਨਾ ਹੋਈ ਤੇ ਕਿਸੇ ਕਰਮ ਨੇ ਬਿਲਕੁਲ ਕੰਮ ਨਹੀਂ ਦੇਣਾ। ਜੇ ਸਮਾਂ ਲੱਗਾ ਤੇ ਨੀਅਤ, ਕਿਉਂਕਿ ਜਦੋਂ ਬਾਣੀ ਲਗਾਤਾਰ ਪੜ੍ਹੀਏ ਤੇ ਕਈ ਵਿਸ਼ੇ ਜਿਵੇਂ ਕੇਲੇ ਦੇ ਪੱਤਿਆਂ ਵਿੱਚੋਂ ਪੱਤੇ ਨਿਕਲਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ੋਰ 100% ਇਹਦੇ ਉੱਤੇ ਵੀ ਬੰਦੇ ਦੀ ਨੀਅਤ, ਬੰਦੇ ਦੀ ਭਾਵਨਾ ਸ਼ੁੱਧ ਹੋ ਜਾਏ। ਉਹ ਚਾਹੁੰਦਾ ਕੀ ਹੈ, ਕੰਮ ਕਿਹੜਾ ਕਰ ਰਿਹਾ, ਇਹਦੇ ਨਾਲ ਮਤਲਬ ਨਹੀਂ। ਖਿਆਲ ਰੱਖਣਾ, ਕੰਮ ਚੰਗਾ ਵੀ ਹੋ ਸਕਦਾ ਹੈ, ਚੰਗਾ ਕੰਮ ਹੋ ਸਕਦਾ ਹੈ, ਨੀਅਤ ਮਾੜੀ ਹੋ ਸਕਦੀ ਹੈ। ਕੰਮ ਚੰਗਾ ਕਰੇਗਾ, ਨੀਅਤ ਮਾੜੀ, ਪਾਪ ਦਾ ਸਵਾਲ ਨਹੀਂ। ਮੈਂ ਇੱਕ ਸਿੱਖ ਦਾ ਜ਼ਿਕਰ ਕਰਦਿਆਂ ਕਿ ਜਿਹੜਾ ਪਾਪਾਂ ਦੀ ਪੰਡ ਚੁੱਕ ਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆਇਆ ਸੀ, ਖਾਲੀ ਨਹੀਂ ਸੀ, ਧੁੱਪ ਕੇ ਨਹੀਂ ਸੀ ਆਇਆ। ਅਪਰਾਧਿਕ ਦੁਨੀਆ ਦਾ ਲਿਬੜਿਆ ਹੋਇਆ ਅਪਰਾਧ ਕਰਕੇ ਆਇਆ। 5-7 ਮਿੰਟਾਂ ਵਿੱਚ ਉਸ ਗੁਰਸਿੱਖ ਦਾ ਜ਼ਿਕਰ ਕਰਾਂ, ਕਿਉਂਕਿ ਗੁਰੂ ਅਰਜਨ ਦੇਵ ਨੂੰ ਵੇਖਣਾ ਹੋਵੇ ਤੇ ਉਹਨਾਂ ਦੇ ਸਿੱਖ ਵੇਖਣੇ ਪੈਣਗੇ ਨਾਲ। ਗੁਰੂ ਝਲਕਦਾ ਆਪਣੇ ਸਿੱਖਾਂ ਵਿੱਚੋਂ। ਮੈਂ ਵੀ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਨੂੰ ਵੇਖਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਨੂੰ ਵੇਖਣਾ ਪਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਵਿੱਚੋਂ ਹੋਣਗੇ ਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਵਿੱਚੋਂ। ਗੱਲ ਇੱਕੋ ਹੀ, ਵੱਖਰੇ ਨਹੀਂ ਗੁਰੂ। ਉਹਨਾਂ ਦਾ ਇੱਕ ਸਿੱਖ ਹੈ ਜਿਹਦੇ ਕੋਲ ਇੱਕ ਅਸੀਮ ਤਾਕਤ ਦੇ ਦਿੱਤੀ ਗੁਰੂ ਨੇ ਹੱਥਾਂ ਵਿੱਚ। ਉਸ ਸਿੱਖ ਦੇ ਅਪਰਾਧ ਦੀ ਦੁਨੀਆ ਵਿੱਚ ਵੇਖੋ ਤੇ ਸਿਰੇ ਤੇ ਖੜਾ ਹੈ, ਕਤਲ ਕਰਕੇ ਆਇਆ ਕਈ, ਤੇ ਤਾਕਤ ਇੰਨੀ ਦੇ ਦਿੱਤੀ। ਇੱਕ ਪਾਸੇ ਕਿਹਾ ਸੀ ਕਿ ਸੰਗਤ ਦੇ ਵਿੱਚ ਰੱਬ ਵਸਦਾ ਹੈ। ਜੇ 1000 ਬੰਦਾ ਅਰਦਾਸ ਕਰਦਾ ਪਿਆ ਤੇ ਉਹਦੀ ਅਰਦਾਸ ਨਹੀਂ ਮੁੜ ਸਕਦੀ। ਪਰ ਇੱਕ ਸਰੀਰ ਐਸਾ ਹੈ ਜਿੰਨੇ ਬਾਹਰਲੇ ਪਾਸੇ ਖੜੇ ਹੋ ਕੇ ਅੰਦਰ 1000 ਬੰਦਾ ਅਰਦਾਸ ਕਰਦਾ ਹੈ ਕਿ ਇਸ ਸਿੱਖ ਦੀਆਂ ਇੱਟਾਂ ਪੱਕ ਜਾਣਗੀਆਂ। ਬੁੱਧੂ ਸ਼ਾਹ ਦੀਆਂ ਤੁਸੀਂ ਜਾਣਦੇ ਹੋ, ਲਾਹੌਰ ਵਿੱਚ 1000 ਬੰਦਾ ਖੜਾ ਹੈ, ਸੰਗਤ ਖੜੀ ਹੈ, ਸਵਾਲ ਖੜਾ ਹੁੰਦਾ ਹੈ ਬਹੁਤ ਵੱਡਾ। ਇੱਕ ਬਾਹਰਲੇ ਪਾਸੇ ਆਦਮੀ ਖੜਾ ਹੈ, ਕੱਪੜੇ ਪੁਰਾਣੇ ਨੇ, ਪਾਟੇ ਨੇ, ਵੇਖਣ ਵਿੱਚ ਬਹੁਤਾ ਨਹੀਂ ਲੱਗਦਾ। ਅੰਦਰ ਅਰਦਾਸ ਹੁੰਦੀ ਏ ਲਾਹੌਰ ਦੀ ਧਰਤੀ ਤੇ। ਗੁਰੂ ਅਰਜਨ ਦੇਵ ਜੀ ਵਿੱਚ ਖੜੇ ਨੇ। ਕਿਸੇ ਬਹੁਤ ਵੱਡੇ ਧਨਾੜ ਨੇ ਸੱਦਿਆ ਘਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ। ਭਾਵੇਂ ਕਿ ਉਹ ਸਿੱਖੀ ਭਾਵਨਾ ਵਾਲਾ ਵੀ ਹੈ, ਪਰ ਉਹਦੀ ਇੱਕ ਸੰਸਾਰਿਕ ਮੰਗ ਹੈ। ਉਹ ਕਹਿੰਦਾ ਮੇਰੀਆਂ ਇੱਟਾਂ ਨਹੀਂ ਪੱਕਦੀਆਂ, ਮੈਂ ਆਵੇ ਦਾ ਭੱਠੇ ਦਾ ਕੰਮ ਕਰਨਾ। ਜਦੋਂ ਇੱਟਾਂ ਕੱਢੀ ਦੀਆਂ ਨੇ, ਕੱਚੀਆਂ ਨਿਕਲਦੀਆਂ ਨੇ, ਪ੍ਰਸ਼ਾਦਾ ਛਕਾਇਆ ਤੇ ਬੇਨਤੀ ਕੀਤੀ, ਅਰਦਾਸ ਕਰੋ ਮਹਾਰਾਜ ਮੇਰੀਆਂ ਇੱਟਾਂ ਪੱਕ ਜਾਣ। ਅਰਦਾਸ ਹੋਣੀ ਹੈ, ਲੰਗਰ ਚੱਲਣਾ ਹੈ।
ਤੇ ਕੁਝ ਲੋਕ ਐਸੇ ਨੇ ਜਿਹੜੇ ਕਈ ਵਾਰੀ ਸਮੇਂ ਤੋਂ ਮਰਿਆਦਾ ਤੋਂ ਬਾਹਰ ਵੀ ਰਹਿੰਦੇ ਨੇ। ਖਿਆਲ ਰੱਖਣਾ, ਠੀਕ ਹੈ, ਮਰਿਆਦਾ ਬਹੁਤ ਚੰਗੀ ਚੀਜ਼। ਕੁਝ ਲੋਕ ਐਸੇ ਨੇ ਜਿਹੜੇ ਸਮੇਂ ਤੋਂ ਪਾਰ ਰਹਿੰਦੇ ਨੇ, ਕਿਉਂਕਿ ਉੱਥੇ ਦਿਨ ਰਾਤ ਇੱਕ ਹੋ ਜਾਂਦਾ। ਕਿਹਨੂੰ ਕਹਿਣਗੇ ਸਵੇਰ ਹੋਈਏ ਤੇ ਕਿਹਨੂੰ ਕਹਿਣਗੇ ਸ਼ਾਮ ਹੋਈਏ। ਉਹ ਦੁਨੀਆ ਐਸੀ ਉਹਨਾਂ ਗੁਰਮੁਖਾਂ ਦੀ ਜਿਸ ਥਾਂ ਤੇ ਨਾ ਤੇ ਪਤਾ ਲੱਗਦਾ ਰਾਤ ਕਦੋਂ ਪਈ ਏ, ਜਿਸ ਥਾਂ ਤੇ ਨਾ ਪਤਾ ਲੱਗਦਾ ਦਿਨ ਕਦੋਂ ਚੜ੍ਹਿਆ। ਕਿਉਂਕਿ ਉਸ ਦੁਨੀਆ ਵਿੱਚ ਨਾ ਚੰਦਰਮਾ ਕੰਮ ਕਰਦਾ ਹੈ, ਨਾ ਉੱਥੇ ਸੂਰਜ ਕੰਮ ਕਰਦਾ ਹੈ। ਦੋਵੇਂ ਓਲੇ ਹੋ ਗਏ, ਦੋਵੇਂ ਵੱਖਰੇ ਹੋ ਗਏ। ਇੱਕ ਨਵਾਂ ਸੂਰਜ, ਨਵਾਂ ਚੰਦਰਮਾ ਉਹਨਾਂ ਦੀ ਜ਼ਿੰਦਗੀ ਵਿੱਚ ਚੜ੍ਹ ਜਾਂਦਾ। ਉਹ ਸਿੱਖ ਬਾਹਰ ਖੜਾ ਹੈ ਤੇ ਉਹਨੇ ਆ ਕੇ ਪ੍ਰਸ਼ਾਦਾ ਮੰਗ ਲਿਆ ਬੁੱਧੂ ਤੋਂ। ਕਹਿਣ ਲੱਗਾ ਮੈਂ ਜਾਣਾ ਜਲਦੀ, ਮੇਰੇ ਕੋਲ ਟਾਈਮ ਘੱਟ ਹੈ। ਉਹਨੇ ਕਿਹਾ ਤੂੰ ਜਲਦੀ ਜਾ ਕੇ ਕਿਹੜਾ ਜਾ ਕੇ ਦਫ਼ਤਰ ਖੋਲ੍ਹਣਾ, ਕੀ ਕੰਮ ਕਰਨਾ, ਬੈਠ ਜਾ ਆਰਾਮ ਨਾਲ, ਅਜੇ ਅਰਦਾਸ ਹੋਏਗੀ, ਅਜੇ ਭੋਗ ਲੱਗਣਾ ਹੈ, ਉਦੋਂ ਬਾਅਦ ਵੇਖਾਂਗੇ ਤੈਨੂੰ। ਉਹਨੇ ਕਿਹਾ ਠੀਕ ਹੈ, ਮੈਂ ਵੀ ਤੇ ਗੁਰੂ ਅਰਜਨ ਦੇਵ ਜੀ ਦੇ ਪਿਆਰ ਕਰਕੇ ਇੱਥੇ ਆਇਆ, ਅੱਗੇ ਨਹੀਂ ਤੇਰੇ ਘਰ ਆਇਆ ਪ੍ਰਸ਼ਾਦਾ ਲੈਣ। ਤੂੰ ਜ਼ਿਆਦਾ ਨਹੀਂ ਤੇ ਇੱਕ ਰੋਟੀ ਮੈਨੂੰ ਲਿਆ ਦੇ। ਗੁਰੂ ਅਰਜਨ ਦੇਵ ਜੀ ਕੁਝ ਨਹੀਂ ਕਹਿੰਦੇ, ਅਰਦਾਸ ਬਾਅਦ ਵਿੱਚ ਕਰ ਲਈ, ਪੁੱਛ ਲਈ ਗੁਰੂ ਅਰਜਨ ਦੇਵ ਜੀ ਨੂੰ ਅਜੇ ਭੋਗ ਲੱਗਾ ਕਿ ਨਹੀਂ ਲੱਗਾ। ਉਹਨੇ ਕਿਹਾ ਨਹੀਂ, ਚਲਾ ਜਾ। ਅਰਦਾਸ ਅੰਦਰ ਸ਼ੁਰੂ ਹੋਈ। ਅਰਦਾਸੀਆ ਕਹਿੰਦਾ ਕਿਰਪਾ ਕਰਨੀ ਇਹਦੀ ਇੱਟਾਂ ਪੱਕ ਜਾਣ। ਉਹ ਕੱਲਾ ਬਾਹਰ ਖੜਾ ਹੈ। ਉਹ ਕਹਿੰਦਾ ਨਹੀਂ ਪੱਕਣਗੀਆਂ। ਜਦੋਂ ਪਿੱਛੋਂ ਆਵਾਜ਼ ਆਈ, ਸੰਗਤ ਦਾ ਧਿਆਨ ਪਿਛਾਂ ਗਿਆ। ਉਹਨੂੰ ਪਤਾ ਲੱਗ ਗਿਆ ਕੋਈ ਐਵੇਂ ਬੋਲਦਾ। ਫਿਰ ਉਹਨੇ ਪਰਤ ਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਕਿਰਪਾ ਕਰਨੀ, ਇਹ ਸਿੱਖ ਨੇ ਸੇਵਾ ਕੀਤੀ, ਇਹਦੀ ਇੱਟਾਂ ਕੱਚੀਆਂ ਨਾ ਨਿਕਲਣ, ਪਿੱਲੀਆਂ ਨਾ ਨਿਕਲਣ, ਪੱਕ ਜਾਣ। ਤੇ ਪਰਤ ਕੇ ਉਸ ਸਿੱਖ ਬਾਹਰਲੇ ਨੇ ਦੁਹਰਾ ਕੇ ਕਹਿ ਦਿੱਤਾ। ਕਹਿਣ ਲੱਗੇ ਦੂਜੀ ਵਾਰੀ ਕੀ ਭਾਵੇਂ 10 ਵਾਰੀ ਕਹਿ ਜਾਏ, ਇੱਟਾਂ ਨਹੀਂ ਪੱਕਣੀਆਂ ਇਸਦੀਆਂ। ਇੱਕੋ ਆਦਮੀ ਹੈ, ਇੱਕੋ ਸਰੀਰ ਹੈ। ਹੁਣ ਇੱਥੇ ਕੀ ਕਹੋਗੇ, ਇਕੱਲਾ ਬੰਦਾ ਹੈ, ਵਨ ਮੈਨ, ਇੱਕੋ ਹੀ ਹੈ। ਕੁਝ ਸ਼ਖਸੀਅਤਾਂ ਐਸੀਆਂ ਨੇ ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਦਾ। ਪਾਰ ਚਲੇ ਗਏ, ਇੰਨੀ ਕਹਿ ਕੇ ਤੁਰ ਗਿਆ। ਬਾਅਦ ਵਿੱਚ ਇੱਟਾਂ ਫੋਲੀਆਂ ਤੇ ਕੱਚੀਆਂ ਨਿਕਲੀਆਂ। ਬੁੱਧੂ ਭੱਜ ਕੇ ਗੁਰੂ ਅਰਜਨ ਦੇਵ ਜੀ ਕੋਲ ਗਿਆ। ਕਹਿਣ ਲੱਗੇ ਮਹਾਰਾਜ ਲੰਗਰ ਛਕਾਇਆ, ਇੱਟਾਂ ਨਹੀਂ ਪੱਕੀਆਂ। ਸੰਸਾਰੀ ਦੀ ਬਿਰਤੀ ਹੁੰਦੀ ਹੈ। ਹਜ਼ੂਰ ਨੇ ਕਿਹਾ ਬੁੱਧੂ ਬਿਲਕੁਲ ਨਹੀਂ ਸਨ ਪੱਕਣੀਆਂ, ਮੈਨੂੰ ਉਦੋਂ ਹੀ ਪਤਾ ਸੀ, ਮੈਂ ਕਿਹਾ ਨਹੀਂ। ਕਿਉਂ? ਕਹਿਣ ਲੱਗੇ ਇੱਟਾਂ ਪਕਾਉਣ ਵਾਲਾ ਬਾਹਰ ਖੜਾ ਸੀ, ਜਿਹਨੂੰ ਤੂੰ ਭੁੱਖੇ ਨੂੰ ਖਾਲੀ ਮੋੜ ਦਿੱਤਾ, ਉਹਦੇ ਤੋਂ ਬਿਨਾਂ ਇੱਟਾਂ ਨਹੀਂ ਸਨ ਪੱਕਣੀਆਂ। ਕਹਿਣ ਲੱਗੇ ਉਹ ਕੱਲਾ ਆਦਮੀ। ਕਹਿਣ ਲੱਗੇ ਕੱਲਾ ਨਹੀਂ, ਸਰੀਰ ਬੰਦੇ ਦਾ ਲੱਗਦਾ, ਉਹ ਬੰਦਾ ਨਹੀਂ, ਉਹ ਰੱਬ ਫਿਰਦਾ ਪਿਆ ਗਲੀਆਂ ਵਿੱਚ, ਉਹ ਪਰਮਾਤਮਾ ਹੈ। ਇਸ ਨੂੰ ਕਿਹਾ ਗੁਰੂ ਅਰਜਨ ਦੇਵ ਜੀ ਨੇ, ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮੇਨਾ, ਮਿੱਤਰ ਨਾ ਇਠ ਤਨ ਰੂਪ ਹੀਨ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ, ਪ੍ਰਭ ਹੋਏ ਸੋ ਪ੍ਰਸੰਨਾ। ਇਹ ਸਿੱਖ ਕੌਣ ਹੈ? ਮੈਂ ਗੱਲ ਨੀਅਤ ਦੀ ਕਰ ਰਿਹਾ ਸੀ, ਵਿਸ਼ੇ ਵੱਲ ਰਹਿਣਾ। ਨੀਅਤ ਕੀ ਚੀਜ਼ ਹੈ? ਕੀ ਇਹ ਸ਼ੁਰੂ ਤੋਂ ਬ੍ਰਹਮ ਗਿਆਨੀ ਸੀ? ਜੇ ਸਿੱਖ ਨੇ ਪਲਟ ਦਿੱਤਾ ਸਾਰੇ ਕੁਝ ਨੂੰ, ਕੌਣ ਸੀ ਇਹ? ਮੈਂ ਗੱਲ ਪਹਿਲਾਂ ਤਾਂ ਕਹੀ ਹੈ ਵੀ ਇੰਨੀ ਅਸੀਮ ਤਾਕਤ ਗੁਰੂ ਨੇ ਇੱਕ ਬੰਦੇ ਨੂੰ ਕਿਉਂ ਦਿੱਤੀ? ਕੀ ਜਨਮ ਤੋਂ ਲੈ ਕੇ ਹੀ ਅਸ਼ਟਾਵਕਰ ਸੀ ਉਹ? ਇਹ ਜਿਹੜਾ ਭਾਈ ਕਮਲੀਆ ਹੈ, ਜਾਂ ਕਈ ਜਨਮਾਂ ਦਾ ਬ੍ਰਹਮ ਗਿਆਨੀ ਸੀ, ਜਾਂ ਧੁੱਪਿਆ ਹੋਇਆ ਸੀ? ਨਹੀਂ, ਇਹਦੀ ਜ਼ਿੰਦਗੀ ਦੇ ਤੇ 40 ਸਾਲ ਟਕਵਾ ਚਲਾਉਂਦਿਆਂ ਲੰਘ ਗਏ ਸਨ, ਉਹ ਵੀ ਬੰਦਿਆਂ ਦੀਆਂ ਗਰਦਨਾਂ ਤੇ। ਕਾਤਲ ਸੀ ਬੜਾ ਵੱਡਾ, ਡਾਕੇ ਮਾਰਦਾ ਸੀ। ਪਹਿਲਾ ਨਾਮ ਸੀ ਇਹਦਾ ਭਾਈ ਲੱਖੂ। ਗੁਰੂ ਅਰਜਨ ਦੇਵ ਜੀ ਦੇ ਟਾਈਮ ਹੋਇਆ। ਗੁਰੂ ਅਰਜਨ ਦੇਵ ਜੀ ਦਾ ਸਿੱਖ ਹੈ। ਮੈਂ ਵਿਸ਼ਾ ਤਾਂ ਲਿਆ ਕਿ ਇਹਨਾਂ ਦਿਨਾਂ ਵਿੱਚ ਉਹਨਾਂ ਦੇ ਸਿੱਖਾਂ ਦੇ ਜੀਵਨ ਤੇ ਵੀ ਵਿਚਾਰ ਕੀਤੀ ਜਾਏਗੀ, ਕਿਉਂਕਿ ਉਹਨਾਂ ਤੋਂ ਹੀ ਅਸੀਂ ਵੇਖ ਸਕਦੇ ਹਾਂ ਸਿੱਖ ਕਿਵੇਂ ਹੋਈਦਾ, ਕਿਵੇਂ ਬਣੀਦਾ।
ਤਾਂ ਇਹ ਜੋ ਆਦਮੀ ਜਿਹਦਾ ਨਾਮ ਪਹਿਲਾਂ ਲੱਖੂ ਸੀ, ਇਹ ਗੁਰੂ ਅਰਜਨ ਦੇਵ ਜੀ ਕੋਲ ਕਿਵੇਂ ਆਇਆ? ਇੱਕ ਸਿੱਖ ਦੀ ਸੰਗਤ ਕਰਕੇ ਜੰਗਲ ਵਿੱਚੋਂ ਆਇਆ ਸੀ। ਉਹ ਵਿਸ਼ਾ ਲੰਬਾ ਬਹੁਤ ਮੈਂ ਕਹਿਣਾ ਨਹੀਂ, ਪਰ ਜਿੱਦਣ ਆਇਆ ਸੀ ਟਕਵਾ ਇਹਦੇ ਕੋਲ ਸੀ, ਸਿੱਧਾ ਆ ਗਿਆ, ਮੋਢੇ ਤੇ ਰੱਖਿਆ ਟਕਵਾ, ਬੰਦੇ ਕੱਟਣ ਵਾਲਾ। ਸ਼ਾਇਦ ਕਿਤੇ ਕੋਨੇ ਵਿੱਚ ਰੱਤ ਵੀ ਲੱਗੀ ਹੋਵੇ। ਇੱਕ ਸਿੱਖ, ਸ਼ਾਇਦ ਉਹਦਾ ਨਾਮ ਭਾਈ ਕਲਿਆਣਾ ਹੈ, ਇਹਨੂੰ ਲੈ ਕੇ ਆਇਆ ਸੀ। ਗੁਰੂ ਅਰਜਨ ਦੇਵ ਜੀ ਸਰੋਵਰ ਦੀ ਸੇਵਾ ਕਰਾ ਰਹੇ ਸਨ ਤੇ ਭਾਈ ਕਲਿਆਣਾ ਜੀ ਇਹਨੂੰ ਪਿੱਛੇ ਪਿੱਛੇ ਲੈ ਕੇ ਆਏ, ਹੱਥ ਜੋੜੇ। ਇਹ ਜਿਹੜਾ ਲੱਖੂ, ਜਿਹੜਾ ਬਾਅਦ ਵਿੱਚ ਕਮਲੀਆ ਬਣਿਆ ਤੇ ਜਿਹਨੇ ਕਿਹਾ ਮੈਂ ਇੱਟਾਂ ਨਹੀਂ ਪੱਕਣ ਦੇਣੀਆਂ, ਇਹ ਸਿੱਧਾ ਸਾਦਾ ਆ ਕੇ ਖੜਾ ਹੋ ਗਿਆ। ਹੱਥ ਇਹਨੇ ਨਹੀਂ ਜੋੜੇ, ਨੱਕ ਇਹਨੇ ਨਹੀਂ ਰਗੜਿਆ, ਫਾਰਮੈਲਿਟੀ ਹੈ ਹੀ ਨਹੀਂ, ਪਤਾ ਹੀ ਨਹੀਂ ਕਿਵੇਂ ਆਈ ਦਾ। ਪਹਿਲੇ ਦਿਨ ਹੀ ਤੇ ਆਇਆ ਸੀ ਗੁਰਦੁਆਰੇ ਵਿੱਚ, ਪਹਿਲੇ ਦਿਨ ਆਇਆ ਸੀ। ਜਦੋਂ ਸਾਹਮਣੇ ਆਇਆ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ, ਭਾਈ ਕਲਿਆਣਿਆ ਕਿਹਨੂੰ ਲੈ ਕੇ ਆਇਆ? ਕਹਿਣ ਲੱਗਾ, ਮਹਾਰਾਜ ਇਹ ਕੌਣ? ਇਹਦਾ ਮੈਨੂੰ ਕੋਈ ਪਤਾ ਨਹੀਂ, ਮੇਰਾ ਕੰਮ ਸੀ ਲਿਆਉਣਾ, ਤੁਸੀਂ ਵੇਖੋ ਕੌਣ ਹੈ, ਮੈਂ ਇਹਦੇ ਬਾਰੇ ਕੀ ਕਹਾਂ। ਇੰਨਾ ਜ਼ਰੂਰ ਜਾਣਨਾ, ਮੇਰੇ ਉੱਤੇ ਟਕਵਾ ਚਲਾਉਣ ਲੱਗਾ ਸੀ ਮਾਰਨ ਵਾਸਤੇ, ਤੇ ਤੁਹਾਡੀ ਰਹਿਮਤ ਨਾਲ ਮੈਂ ਇਹਦੇ ਵੱਲ ਇੱਕ ਵਾਰੀ ਅੱਖ ਭਰ ਕੇ ਵੇਖਿਆ, ਉੱਥੇ ਇਹਦਾ ਜੀਵਨ ਬਦਲ ਗਿਆ ਹੈ। ਇਹ ਸਿੱਖਾਂ ਦੇ ਜੀਵਨ ਇੱਕ ਵਾਰੀ ਵੇਖਿਆ ਕਲਿਆਣੇ ਨੇ। ਹੁਣ ਤੁਸੀਂ ਵੇਖੋ ਇਹ ਕੌਣ ਹੈ? ਤੇ ਗੁਰੂ ਅਰਜਨ ਦੇਵ ਜੀ ਪੁੱਛਦੇ ਨੇ, ਕਹਿਣ ਲੱਗੇ ਤੂੰ ਕੌਣ, ਤੇਰਾ ਨਾਮ ਕੀ ਹੈ? ਕਹਿਣ ਲੱਗਾ, ਮੇਰਾ ਨਾਮ ਲੱਖੂ। ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ, ਗੁਰੂ ਅਰਜਨ ਦੇਵ ਜੀ ਜਦੋਂ ਕਿਸੇ ਨੂੰ ਸਿੱਖੀ ਬਖਸ਼ਦੇ ਸਨ, ਸਿੱਖੀ ਬਖਸ਼ਣ ਤੋਂ ਪਹਿਲਾਂ ਪੁੱਛਦੇ ਸਨ ਕੰਮ ਕੀ ਕਰਨਾ ਹੈ। ਪਹਿਲਾਂ ਪੁੱਛਿਆ ਨਾਮ ਕੀ ਹੈ? ਕਹਿੰਦੇ ਲੱਖੂ ਨਾਮ ਮੇਰਾ। ਦੂਜਾ ਪੁੱਛਿਆ, ਕਹਿਣ ਲੱਗੇ ਕੰਮ ਕੀ ਕਰਨਾ ਹੈ? ਤੇ ਲੁਕੋਇਆ ਨਹੀਂ, ਕਹਿਣ ਲੱਗਾ ਬੰਦੇ ਕਤਲ ਕਰਨਾ, ਡਾਕੇ ਮਾਰਨ। ਸਿੱਧਾ ਕਹਿ ਦਿੱਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਦੇ ਵੱਲ ਕੇਂਦਰਿਤ ਹੋ ਗਏ, ਉਹਦੇ ਵੱਲ ਉਤਸੁਕ ਹੋ ਗਏ, ਖਿੱਚੇ ਗਏ, ਕਿਉਂਕਿ ਇਸ ਤਰ੍ਹਾਂ ਦਾ ਬੰਦਾ ਘੱਟ ਹੀ ਆਉਂਦਾ ਕਿਤੇ, ਜਿਹੜਾ ਕਹਿ ਦਿੰਦਾ ਮੈਂ ਕਾਤਲ ਹਾਂ, ਕਿ ਮੈਂ ਦੋਸ਼ੀ ਹਾਂ, ਮੈਂ ਅਪਰਾਧੀ ਹਾਂ, ਘੱਟ ਆਉਂਦਾ। ਗੁਰੂ ਨੂੰ ਇਸ ਤਰ੍ਹਾਂ ਦੇ ਬੰਦੇ ਮਿਲਦੇ ਹੀ ਘੱਟ ਨੇ, ਪੁੰਨੇ ਜ਼ਿਆਦਾ ਮਿਲ ਜਾਂਦੇ ਨੇ, ਧੁੱਪੇ ਧੁਪਾਏ ਬਹੁਤ ਆਉਂਦੇ ਨੇ। ਲੇਬਲ ਲਾ ਕੇ ਤਾਂ ਅਸੀਂ ਬਹੁਤ ਆਉਂਦੇ ਹਾਂ ਗੁਰੂ ਕੋਲ ਚੰਗਿਆਈ ਦੇ, ਤਾਂ ਸਤਿਗੁਰੂ ਸਾਡੀ ਚੰਗਿਆਈ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਉਹ ਕਿਵੇਂ ਦੀ ਹੈ, ਸਮਝੀ ਹੋਈ ਹੈ, ਕਿਤੇੋਂ ਪੜ੍ਹੀ ਹੋਈ ਹੈ, ਕਿਤੇੋਂ ਚੰਗਿਆਈ ਜਾਂ ਸੁਣੀ ਹੋਈ ਹੈ। ਚੰਗਿਆਈ ਨੂੰ ਅਜੇ ਅਸੀਂ ਆਪਣੇ ਵਿੱਚੋਂ ਜਨਮ ਨਹੀਂ ਦਿੱਤਾ, ਉਹ ਬਾਹਰੋਂ ਕਿਤੇੋਂ ਲੈ ਕੇ ਗਲ ਵਿੱਚ ਲਟਕਾ ਲਈ। ਇਸ ਕਰਕੇ ਗੁਰੂ ਸਾਡੀ ਚੰਗਿਆਈ ਤੇ ਰੀਝਦੇ ਨਹੀਂ। ਤਾਂ ਗੁਰੂ ਅਰਜਨ ਦੇਵ ਜੀ ਪੁੱਛਦੇ ਨੇ, ਕਮਾਲ ਦਾ ਬੰਦਾ ਹੈ ਜਿਹਨੇ ਆਪਣਾ ਅਪਰਾਧ ਕਬੂਲ ਕਰ ਲਿਆ। ਇਸ ਧਰਤੀ ਤੇ ਬੰਦਾ ਢਹਿ ਕੇ ਵੀ ਇੱਕ ਮੋਢਾ ਚੁੱਕ ਲੈਂਦਾ, ਕਹਿੰਦਾ ਮੈਂ ਨਹੀਂ ਟੱਠਾ, ਮੈਂ ਨਹੀਂ ਪਾਪੀ, ਮੈਂ ਨਹੀਂ ਦੋਸ਼ੀ। ਕੀ ਹੋਇਆ? ਜੇ ਰਿਸ਼ਵਤ ਲਈ ਏ ਤੇ ਲੰਗਰ ਵੀ ਤੇ ਇਹਨਾਂ ਲਾਇਆ ਨਾ, ਪਾਠ ਵੀ ਇਹਨੇ ਕਰਾਏ ਨੇ, ਕੋਈ ਗੱਲ ਨਹੀਂ। ਰਿਸ਼ਵਤ ਲਈ ਤੇ ਉੱਥੇ 2 ਵਿੱਚੋਂ 2 ਕੱਟੋ, 0 ਰਹਿ ਜਾਏਗੀ, ਬਰਾਬਰ ਹੋ ਜਾਏਗਾ। ਪ੍ਰਬੰਧ ਕਰ ਲੈਂਦਾ ਹੈ ਆਦਮੀ। ਸਤਿਗੁਰੂ ਕਹਿੰਦੇ ਨੇ, ਪਾਪ ਕਰੈ ਪੰਚਾਂ ਕੇ ਵਸ ਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸ਼ੰਗ। ਪਰਤ ਕੇ ਕਮਾ ਲੈਂਦਾ ਹੈ, ਪਰਤ ਕੇ ਕਰਦਾ ਹੈ। ਪਰ ਇਸ ਲੱਖੂ ਧਾੜਵੀ ਨੇ ਨਹੀਂ ਕਿਹਾ, ਕਹਿੰਦਾ ਮੈਂ ਕਤਲ ਕਰਨਾ। ਗੁਰੂ ਅਰਜਨ ਦੇਵ ਜੀ ਦਾ ਧਿਆਨ ਇਹਦੇ ਉੱਤੇ ਲੱਗ ਗਿਆ ਤੇ ਉਹ ਵਿਅਕਤੀ ਕਿੰਨਾ ਭਾਗਸ਼ਾਲੀ ਹੋ ਗਿਆ ਜਿਹਦੇ ਉੱਤੇ ਗੁਰੂ ਨੇ ਧਿਆਨ ਦਿੱਤਾ। ਸਾਰੇ ਲੋਕ ਗੁਰੂ ਦਾ ਧਿਆਨ ਕਰਦੇ ਨੇ, ਪਰ ਉਹ ਸਭ ਤੋਂ ਭਾਗਾਂ ਵਾਲਾ ਜਿਹਦਾ ਗੁਰੂ ਧਿਆਨ ਕਰ ਲਵੇ, ਜਿਹਦੇ ਵੱਲ ਗੁਰੂ ਦਾ ਧਿਆਨ ਗਿਆ। ਸਾਧ ਸੰਗਤ ਉਹਦੇ ਵਾਸਤੇ ਕਿਹਾ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਸਿਰਫ ਉਸੇ ਵਾਸਤੇ ਕਿਹਾ ਕਿ ਉਹਦੇ ਪਾਪ
ਲੱਖਾਂ ਲੱਕੜਾਂ ਨੂੰ ਸਾੜਨ ਵਾਸਤੇ ਲੱਖਾਂ ਮਣ ਅੱਗ ਨਹੀਂ ਲਿਆਉਣੀ ਪੈਂਦੀ, ਇੱਕੋ ਚੰਗਿਆੜੀ ਸਾੜ ਦਿੰਦੀ ਹੈ। ਗੁਰੂ ਨੇ ਕੀਤਾ ਉਹਦੇ ਵੱਲ ਧਿਆਨ ਤੇ ਦੋ ਚੀਜ਼ਾਂ ਪੁੱਛੀਆਂ, ਬੜੀਆਂ ਹੀ ਮਨੋਵਿਗਿਆਨਕ ਸਨ ਉਹ ਸਵਾਲ। ਪਹਿਲਾਂ ਇਹ ਨਹੀਂ ਪੁੱਛਿਆ ਤੂੰ ਪਾਪ ਕਿੰਨੇ ਕੀਤੇ ਨੇ, ਪਹਿਲਾਂ ਇਹ ਨਹੀਂ ਪੁੱਛਿਆ। ਪਹਿਲਾ ਸਵਾਲ ਉਸ ਸਿੱਖ ਤੇ ਕਰਦੇ ਨੇ, ਕਹਿਣ ਲੱਗੇ ਲਖੂ ਠੀਕ ਹੈ ਤੂੰ ਧਾੜਵੀ, ਤੂੰ ਕਾਤਲ ਹੈ, ਦੱਸ ਕੋਈ ਚੰਗਾ ਕੰਮ ਜ਼ਿੰਦਗੀ ਵਿੱਚ ਕੀਤਾ ਹੈ, ਚੰਗਾ ਕੰਮ ਕੀਤਾ ਹੈ? ਕਿਉਂਕਿ ਗੁਰੂ ਜਦੋਂ ਸਿੱਖ ਦੇ ਅੰਦਰੋਂ ਮੈਲ ਕੱਢਣਾ ਚਾਹੁੰਦਾ ਹੈ, ਪਹਿਲਾਂ ਪੁੱਛਦਾ ਤੂੰ ਗਲਤੀ ਕਦੀ ਕੀਤੀ ਹੈ ਕਿ ਨਹੀਂ, ਤੇ ਬੰਦਾ ਉਸੇ ਵੇਲੇ ਕਹੇਗਾ ਨਹੀਂ ਜੀ ਮੇਰੇ ਤੋਂ ਕਿਵੇਂ ਗਲਤੀ ਹੋਈ, ਹੋਰ ਥੋੜਾ ਸੰਸਾਰ ਹੈ ਗਲਤੀ ਕਰਨ ਵਾਲਾ। ਬਸ ਜੇ ਇਹ ਧੁਨੀ ਅੰਦਰੋਂ ਨਿਕਲ ਗਈ, ਨਹੀਂ ਕੋਈ ਨਹੀਂ ਕੀਤੀ, ਸਤਿਗੁਰੂ ਕਹਿੰਦੇ ਅਜੇ ਤੂੰ ਜਾ, ਫਿਰ ਅਜੇ ਟਾਈਮ ਨਹੀਂ ਆਇਆ ਤੇਰਾ। ਜਿੱਦਣ ਮੰਨੇਗਾ ਮੈਂ ਗਲਤੀ ਕੀਤੀ ਏ, ਤੇ ਜਿੱਦਣ ਮੰਨੇਗਾ ਕੀਤੀ ਇੱਕ ਵੀ ਨਾ ਗਲਤੀ, ਫਿਰ ਵੀ ਸੋਚੇ ਗਲਤੀ ਜ਼ਰੂਰ ਹੋ ਗਈ ਕਿਤੇ ਨਾ ਕਿਤੇ, ਫਿਰ ਗੱਲ ਸ਼ੁਰੂ ਹੋਵੇਗੀ। ਪੁੱਛਿਆ ਕੋਈ ਚੰਗਾ ਕੰਮ ਕੀਤਾ ਹੈ? ਤੇ ਲੱਖੂ ਕਾਲਾ ਨਹੀਂ ਸੀ ਵਿਅਕਤੀ, ਬੜੇ ਇਰਾਦੇ ਵਾਲਾ ਸੀ, ਕੰਬਿਆ ਨਹੀਂ, ਡਰਿਆ ਨਹੀਂ, ਨਾ ਉਹਨੂੰ ਕੋਈ ਪਰਵਾਹ। ਖਲੋ ਗਿਆ, ਕਹਿੰਦੇ ਠਹਿਰੋ ਸੋਚ ਕੇ ਦੱਸਣਾ। ਪਿੱਛੇ ਜ਼ਿੰਦਗੀ ਵਿੱਚ ਝਾਤੀ ਪਾਈ, ਜੇ ਅੰਦਰ ਬੇਈਮਾਨੀ ਹੁੰਦੀ ਤੇ ਜੋੜ ਲੈਂਦਾ ਵੀ ਚਲੋ ਪਾਪ ਤੇ ਕੀਤੇ ਨੇ, ਆ ਕੰਮ ਚੰਗਾ ਵੀ ਤੇ ਕੀਤਾ ਸੀ। 1-2 ਮਿੰਟ ਬਾਅਦ ਬੋਲਿਆ, ਕਹਿਣ ਲੱਗੇ ਕੰਮ ਚੰਗਾ ਇੱਕ ਵੀ ਨਹੀਂ ਕੀਤਾ। ਪੂਰੀ ਤਰ੍ਹਾਂ ਮੰਨ ਗਿਆ ਤੇ ਸਤਿਗੁਰਾਂ ਦਾ ਰਾਹ ਪੱਧਰਾ ਹੋ ਗਿਆ ਉਸ ਸਿੱਖ ਦੇ ਉੱਤੇ ਕੰਮ ਕਰਨ ਦਾ, ਪੂਰੀ ਤਰ੍ਹਾਂ ਮੰਨ ਗਿਆ, ਕੋਈ ਕੰਮ ਨਹੀਂ ਚੰਗਾ ਕੀਤਾ। ਦੂਜਾ ਸਵਾਲ ਸੀ 50% ਮੈਲ ਤੇ ਪਹਿਲਾਂ ਹੀ ਕੱਢ ਦਿੱਤੀ ਗੁਰੂ ਅਰਜਨ ਦੇਵ ਜੀ ਨੇ, ਕਿਉਂਕਿ ਤਰਸ ਆ ਗਿਆ। ਵੇਖੋ ਕਿੰਨਾ ਸਿੱਧਾ ਬੰਦਾ, ਤਰਸ ਪਿਆ ਮਿਹਰਾਮਤ ਹੋਈ। ਦੋ ਚੀਜ਼ਾਂ ਇਕੱਠੀਆਂ ਆਉਂਦੀਆਂ ਨੇ। ਅਸੀਂ ਕਹਿੰਦੇ ਹਾਂ ਮਿਹਰ ਕਰੋ, ਗੁਰੂ ਸਾਹਿਬ ਕਹਿੰਦੇ ਨੇ ਮਿਹਰ ਨਹੀਂ, ਪਹਿਲਾਂ ਤਰਸ ਆਏਗਾ, ਮਿਹਰ ਤਾਂ ਹੋਵੇਗੀ। ਤਰਸ ਕਦੋਂ ਆਏਗਾ? ਤਰਸ ਉਦੋਂ ਆਵੇਗਾ ਜਦੋਂ ਬੰਦਾ ਜੋ ਕੁਝ ਹੈ ਉਹ ਹੀ ਵਿਖਾਏ ਸਿਰਫ ਗੁਰੂ ਨੂੰ, ਚੰਗਾ ਹੈ ਕਿ ਮਾੜਾ ਹੈ, ਪੁੰਨੀ ਹੈ ਕਿ ਪਾਪੀ ਹੈ। ਇਹਨੇ ਵਿਖਾ ਦਿੱਤੀ ਆਪਣੀ ਤਸਵੀਰ ਕੱਢ ਕੇ। ਤਾਂ ਸਤਿਗੁਰਾਂ ਨੇ ਦੂਜਾ ਸਵਾਲ ਕੀਤਾ, ਕਹਿੰਦੇ ਲਖੂ ਮਾੜੇ ਕਿੰਨੇ ਕੁ ਕੰਮ ਕੀਤੇ ਨੇ, ਚੰਗਾ ਤੇ ਚੱਲ ਕੀਤਾ ਹੀ ਨਹੀਂ, ਮਾੜੇ ਕਿੰਨੇ ਕੁ ਕੀਤੇ ਨੇ? ਕਹਿੰਦੇ ਉਹ ਵੀ ਸੋਚ ਕੇ ਦੱਸਾਂ, ਗਿਣਾ ਥੋੜਾ ਜਿਹਾ, 1-2 ਮਿੰਟ ਦਿਓ। ਕਹਿੰਦੇ ਜ਼ਰੂਰ। ਉਹਦਾ ਜਵਾਬ ਦਿੱਤਾ, ਕਹਿਣ ਲੱਗੇ ਮਹਾਰਾਜ ਮਾੜੇ ਇੰਨੇ ਕੀਤੇ ਨੇ ਗਿਣਨ ਤੋਂ ਬਾਹਰ ਹੋ ਗਏ ਨੇ, ਗਲਤ ਇੰਨਾ ਚੱਲਿਆ। ਕਹਿੰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਿਰ ਉਹ ਨਜ਼ਰ ਪਾਈ ਜਿਹਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਉੱਠ ਕੇ ਬਾਂਹ ਫੜ ਲਈ, ਕਹਿਣ ਲੱਗੇ ਕਮਾਲ ਦਾ ਆਦਮੀ ਹੈ। ਇੱਕ ਵਾਰੀ ਬਾਂਹ ਫੜੀ, ਬਸ ਉਸ ਦੁਨੀਆ ਵਿੱਚ ਖਿੱਚ ਕੇ ਲੈ ਗਿਆ ਜਿੱਥੇ ਆਪ ਰਹਿੰਦੇ ਸਨ। ਜਿਹੜੀ ਦੁਨੀਆ ਵਿੱਚ ਇੱਕੋ ਹੀ ਪਲ ਲੱਗਾ, ਇਹਨੂੰ ਕਿਤੇ ਕਪੋਲ ਕਲਪਨਾ ਨਾ ਸਮਝਣਾ ਹੋ ਸਕਦਾ। ਇੱਕੋ ਹੀ ਪਲ ਸਿਰਫ, ਨਹੀਂ ਲੱਗੇਗਾ ਉੱਥੇ ਜਨਮ, ਨਹੀਂ ਲੱਗਣਗੇ 10 ਜਨਮ। ਉਸ ਨੂੰ ਕਿਹਾ, ਪਰ ਉਸ ਤਰ੍ਹਾਂ ਕਰਨਾ ਬੜਾ ਕਠਿਨ, ਜਿਹਨੂੰ ਸਾਹਿਬ ਕਹਿੰਦੇ ਨੇ ਕਿ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਬਾਰ ਦੇ ਅਰਥ ਨੇ ਦੇਰ। ਦੇਰ ਕੋਈ ਨਹੀਂ ਲੱਗੀ। ਦੇਰ ਕਿਉਂ ਨਹੀਂ ਲੱਗੀ? ਜਿਹਨੂੰ ਬਣਾਉਣਾ ਸੀ ਉਹ ਮੰਨਿਆ ਸੀ, ਮੈਂ ਜੋ ਕੁਝ ਹੈ ਵਾ ਉਹ ਹੀ ਮੰਨ ਗਿਆ। ਵਲ ਨਿਕਲ ਗਏ, ਸਰਲ ਹੋ ਗਿਆ, ਸਿੱਧਾ ਹੋ ਗਿਆ। ਸਤਿਗੁਰਾਂ ਨੇ ਇੱਕ ਦ੍ਰਿਸ਼ਟੀ ਪਾਈ, ਗੁਰੂ ਕੋਲ ਕਿਹੜਾ ਘਟ ਹੈ ਕੁਝ। ਗੁਰੂ ਤੇ ਦੇਣ ਵਾਸਤੇ ਦਿਨ ਰਾਤ ਸਿੱਖ ਦੀ ਖੋਜ ਕਰਦਾ ਰਹਿੰਦਾ ਹੈ। ਅੱਜ ਲੱਭ ਗਿਆ ਉਹ ਆਦਮੀ ਜਿਹਨੂੰ ਗੁਰੂ ਅਰਜਨ ਦੇਵ ਜੀ ਦੇ ਸਕਦੇ ਸਨ। ਭਰ ਦਿੱਤਾ ਅੰਦਰ, ਉਸ ਦਿਨ ਤੋਂ ਤੋਰ ਦਿੱਤਾ। ਕਹਿਣ ਲੱਗੇ ਜਾ ਲਖੂ, ਗੁਰੂ ਨਾਨਕ ਦੀ ਤੇਰੇ ਤੇ ਕਿਰਪਾ। ਆ ਸ਼ਬਦ ਵਚਨ ਕਹਿਣ ਦੀ ਦੇਰ ਸੀ,
लखू का जीवन पलट के रख दिता, बदल गया। वेंदा है इन्हां शरीर नूं मैं होर कोई समझदा सी, ये तो बड़ा आनंद नाल भरिया पिया। इथों फिर लाहौर चला गया सी ते उत्थे इहदा नाम वज्जिया भाई कमलिया। भाई कमले, मैं जिहड़े विषय ते गल कर रहा सी इहदे कोल की सी? नीयत सिर्फ। पाप ते बड़े सन, पाप कीते सन, नीयत शुद्ध सी। नीयत शुद्ध हो जाए तो देर नहीं। बंदा एक अंदर दी ऐसी चीज है जिन्हों छड़दा नहीं, उहदी नीयत है, उन्होंने बदलदा नहीं, उहदे ते जिउंदा। साहब ने क्या गुरु अमरदास जी ने कहंदे काली धौली साहिब सदा है। ये ते काली विच भी ते धौली जेड़ी मर्जी उम्र करो, जे नीयत रास आ गई, निशाना शुद्ध हो गया, अखां बंद बगले वालियां नहीं, मच्छी नहीं फड़ना चाहुंदा, फिर ये साध संगत सिरे ते गल चली जाएगी। गल कर रहा सी गुरु अर्जन देव जी दे सिखां दी, नीयत शुद्ध, ते मैं अगे चला गया। बंदा आजाद होना चाहुंदा है। सतगुरु ने क्या आजाद होना ही ते गुरु दा गुलाम हो, होर कोई राह नहीं। आ शब्द साझा कर रहा सी। साहब कहंदे ने बंधन पवा एक, सारे बंधन टुट जाणगे। गुरु अर्जन देव जी का उपदेश है, सारे बंधन टुट जाणगे, एक बंधन पवा ले। वो केड़ा बंधन है? साहब कहंदे ने पहला तो ये मन लै लखू वांगू कि मेरे विच इन्ने पाप ने गिणे नहीं जाते। हमरी गणत ना गणियां काई। मैं गिणा किवें? केड़ी कलम नाल केड़े कागज ते लिखां? शायद सारी धरती ही मुक जाए, इन्ने पाप। हमरी गणत ना गणियां काई। अपना बिरद पछाण। बिरद दा अर्थ है सुभाव। तू अपना सुभाव वेख, साडे वल्लों ना देख। वैसे जे बंदा उस्ताद मिल जाए तो रब नूं मनाउण दी, गुरु नूं मनाउण दी जाच जल्दी आ जाती है। शब्द हुंदे ने, ख्याल रखो। शब्द ऐसी चीज़ है जिहड़ा मजबूर कर दिंदा बंदे नूं मनाउण वास्ते। कईयां बंदियां कोल शब्द बड़े वधिया हुंदे ने, गल इस ढंग नाल करनगे, जिहदे कोल गए ने वो क्रोध विच सी, दो चार गल्लां कहीआं बस अगला कहंदा भी गलबात बहुत वधिया। कहंदे ने रब नूं तू ये ना कहे कि तू मेरे ते कृपा कर, तू उहनूं कह भी तुसीं अपना सुभाव वेखो, अपना इधर ते हाल ही रहिंदा, सारी उम्र हो गई, साडे पल्ले कख भी नहीं, असीं तेरे सिख हो गए, भेखधारी हो गए, साडे विच तां अवगुण हैन, पर तुसीं वेखो तुसीं किवें दे हो। असीं तां है ही गलत, तुसीं तां गलत नहीं ना हो सकते, तुसीं ठीक कर सकते हो। कहंदे ने हमरी गणत ना गणियां काई, अपना बिरद पछाण। जदों ये अरदास कीती ते साहब कहंदे हाथ दे राखे कर अपने। जिन्हां ने वाहिगुरू नूं अपना समझिया, फिर उन्हें उन्हां नूं अपना समझ लिया। कल आपां विचारिया सी, रब नूं अपना समझ कर इशनान, सिमर प्रभ अपना। अपना समझ के जप। अज दे शब्द विच आउंदा है, जे तू उहनूं अपना समझिया ते तैनूं वो अपना ही समझेगा। साहब कहंदे हाथ दे राखे कर अपने, सदा सदा रंग मान। साचा साहिब साध मेहरबान, बंद पाया मेरा सतगुर पूरै, होई सर्ब कल्याण। बंद पाया, गुरु बंधन पाउंदा है कि खोलदा है? असीं आउंदे आ, बंधन तोड़ दिओ जी, बंधन खोल दिओ साडे दुखां दे, रस्सियां ला दिओ गल विच पईआं होईआं ने कई। सतगुरु कहंदे भाई बंधन खुलणगे, पर एक बंधन मैं पावांगा, तैनूं मेरा बंधन पवाएगा। बंदा बड़ा चलाक है, वो कहता जी ठीक है,
ਪਹਿਲਾਂ ਤੁਸੀਂ ਦੁਨੀਆ ਦੇ ਬੰਧਨ ਖੋਲ ਦਿਓ ਤੇ ਆਪਣਾ ਪਾ ਦਿਓ, ਅੰਦਰ ਸੋਚ ਲੈਂਦਾ ਹੈ ਵੀ ਬਾਅਦ ਵਿੱਚ ਗੁਰੂ ਵਾਲਾ ਵੀ ਖੋਲ ਦਿਆਂਗੇ, ਭੱਜ ਜਾਾਂਗੇ, ਬਾਗੀ ਹੋ ਜਾਾਂਗੇ। ਹਜ਼ੂਰ ਨੇ ਕਿਹਾ ਇਸ ਤਰ੍ਹਾਂ ਨਹੀਂ, ਗੁਰੂ ਦਾ ਬੰਧਨ ਪਵਾ, ਉਹ ਗੁਲਾਮੀ ਨਹੀਂ ਆਜ਼ਾਦੀ। ਅੱਜ ਦਾ ਮਨੁੱਖ ਕਿਵੇਂ ਦਾ ਧਰਮ ਲੱਭਦਾ ਫਿਰਦਾ ਹੈ, ਕਹਿੰਦਾ ਬੰਧਨ ਕੋਈ ਨਾ ਪਵੇ, ਧਰਮ ਦਾ ਧਰਮ ਹੀ ਹੋ ਜਾਈਏ। ਤਾਂ ਹੀ ਤੇ ਇਹਨੇ ਲੋਕਾਂ ਦਾ ਕੰਮ ਚੱਲਦਾ ਧਰਮ ਦੇ ਨਾਂ ਤੇ। ਤੁਸੀਂ ਵਹਿੰਦੇ ਹੋ ਨਾ, ਫਲਾਣੇ ਥਾਂ ਤੇ ਕਹਿੰਦੇ ਬੜੀ ਭੀੜ ਹੈ, ਬੜੇ ਲੋਕ ਨੇ, ਕੋਈ ਅੰਤ ਨਹੀਂ, ਸੌਖਾ ਹੈ ਕੰਮ। ਬੰਧਨ ਹੀ ਕਹਿੰਦੇ ਕੋਈ ਨਹੀਂ, ਤੁਸੀਂ ਉੱਧਰ ਆਓ, ਪਰਵਾਹ ਨਾ ਕਰੋ, ਨਾ ਸਵੇਰੇ ਉੱਠਣਾ ਪੈਂਦਾ, ਕੋਈ ਪਰਵਾਹ ਨਹੀਂ, ਨਾ ਕੇਸ ਰੱਖਣੇ ਪੈਂਦੇ ਨੇ, ਕੋਈ ਬੰਧਨ ਨਹੀਂ ਜੇ, ਤੇ ਤੁਹਾਨੂੰ ਸਿੱਧੀ ਫਲਾਈਟ ਮਿਲ ਜਾਂਦੀ ਸੱਚਖੰਡ ਦੀ ਚੌਥੇ ਪੰਜਵੇਂ ਦਿਨ। ਬੜੇ ਖੁੱਲੇ ਨੇ ਇਸ ਤਰ੍ਹਾਂ ਦੇ ਡੇਰੇ। ਬਸ ਇੰਨੀ ਜਲਦੀ ਸਾਧ ਸੰਗਤ ਹੈਰਾਨੀ ਦੀ ਗੱਲ ਆ। ਤੁਸੀਂ ਅੱਜ ਕੱਲ੍ਹ ਵੇਖਦੇ ਹੋ ਕਣਕ ਪੱਕੀਏ, ਇਹਨੂੰ ਵੀ 4-5 ਮਹੀਨੇ ਲੱਗੇ ਨੇ, ਪਰ ਸੱਚਖੰਡ 4-5 ਦਿਨਾਂ ਵਿੱਚ ਹੀ। ਕਮਾਲ ਹੋ ਗਈ, ਕਣਕ ਤੋਂ ਵੀ ਪਹਿਲਾਂ ਰੱਬ। ਇਹਦਾ ਤੇ ਕੋਈ ਕਹਿਣੇ ਨਹੀਂ, ਇਸ ਗਿਆਨ ਦਾ ਕੋਈ ਗੱਲ ਹੀ ਨਹੀਂ। ਦੇਰ ਨਹੀਂ ਲੱਗਦੀ, ਮੈਂ ਪਹਿਲਾਂ ਕਿਹਾ। ਪਰ ਸਾਧ ਸੰਗਤ ਉਸ ਦਸ਼ਾ ਵਿੱਚ ਕੌਣ ਪਹੁੰਚਿਆ ਜਿੱਥੇ ਦੇਰ ਨਾ ਲੱਗੇ। ਜਿਹੜੀ ਹਾਲਾਤ ਸਾਡੀ ਏ, ਸਾਡੇ ਤੇ ਘਰ ਵੀ ਗੁਰੂ ਆ ਗਿਆ ਨਾ, ਅਸੀਂ ਦਰਵਾਜ਼ਾ ਨਹੀਂ ਖੋਲ੍ਹਣਾ ਵੀ ਇਹ ਤੇ ਵੈਸੇ ਹੀ ਤੁਹਾਨੂੰ ਕਹਿੰਦੇ ਸੀ ਆਵਾਜ਼ਾਂ ਮਾਰਦੇ, ਆਇਆ ਜੇ ਨਾ ਘਰ ਸਾਡੇ, ਅਸੀਂ ਨਹੀਂ ਵਾੜਨਾ ਤੁਹਾਨੂੰ ਘਰ। ਘਰ ਵਾੜਨ ਦਾ ਮਤਲਬ ਜੀਵਨ ਵਿੱਚ ਨਹੀਂ ਵਾੜਨਾ, ਇਹਦਾ ਵੈਸੇ ਹੀ ਜਪਦੇ ਸੀ, ਤੁਹਾਨੂੰ ਪਤਾ ਨਹੀਂ ਰਿਵਾਜ ਚੱਲਦਾ। ਅਸੀਂ ਤੁਹਾਨੂੰ ਵੈਸੇ ਆਵਾਜ਼ਾਂ ਦਿੰਦੇ ਸੀ, ਆਇਆ ਜੇ ਨਾ ਤੁਸੀਂ ਸਾਡੇ ਕੋਲ, ਤਾਂ ਹੋਈ ਸਰਬ ਕਲਿਆਣ। ਗੁਰੂ ਦੇ ਬੰਧਨ ਵਿੱਚ ਪੈਣਾ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ 5 ਕਕਾਰ 5 ਬੰਧਨ ਪਾਏ ਨੇ, ਉਹਦੇ ਵਿੱਚ ਸਿੱਖ ਰਵੇ ਤੇ ਤਾਂ ਉਹਦੇ ਸੰਸਾਰ ਦੇ ਬੰਧਨ ਟੁੱਟਣਗੇ, ਉਹਦੇ ਵਿੱਚ ਉਹਨੂੰ ਰਹਿਣਾ ਪਏਗਾ। ਬੰਧ ਪਾਇਆ ਮੇਰੇ ਸਤਿਗੁਰੂ ਪੂਰੈ, ਹੋਈ ਸਰਬ ਕਲਿਆਣ। ਸਰਬ ਕਲਿਆਣ ਦਾ ਮਤਲਬ, ਕਲਿਆਣ ਦਾ ਮਤਲਬ ਸੰਪੂਰਨ ਸੁਖ, ਸੰਪੂਰਨ ਆਜ਼ਾਦੀ ਮਿਲ ਗਈ। ਫਿਰ ਕਹਿੰਦੇ ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਇਸ ਤਰ੍ਹਾਂ ਦਾ ਗੁਰੂ ਅਰਜਨ ਦੇਵ ਜੀ ਦਾ ਤਰੀਕਾ ਸੀ। ਮੈਂ ਜਿਹੜਾ 15 ਕੁ ਮਿੰਟਾਂ ਵਿੱਚ ਹੁਣ ਇਤਿਹਾਸ ਉਹਨਾਂ ਦਾ ਜੋ ਲੜੀਵਾਰ ਵਿੱਚ ਕਹਿਣ ਦਾ ਯਤਨ ਕਰਾਂ। ਪਹਿਲੀ ਗੱਲ, ਗੁਰੂ ਅਰਜਨ ਦੇਵ ਜੀ ਦਾ ਸਾਰਾ ਜੀਵਨ ਉਹਨਾਂ ਦੀ ਮਾਤਾ ਭਾਨੀ ਜੀ ਦੇ ਇੱਕ ਉਪਦੇਸ਼ ਵਿੱਚ ਲੁਕਿਆ ਤੇ ਸ਼ਬਦ ਉਚਾਰਿਆ ਗੁਰੂ ਅਰਜਨ ਦੇਵ ਜੀ ਨੇ, ਧਿਆਨ ਦੇਣਾ, ਇਹ ਬੜਾ ਸੁਣਨਾ ਜ਼ਰੂਰੀ ਹੈ। ਸ਼ਬਦ ਤੁਸੀਂ ਕਈ ਵਾਰੀ ਸੁਣੋਗੇ ਕਿ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਜਿਹੜੀ ਬਖਸ਼ਿਸ਼ ਸੀ, ਇਹ ਮਾਤਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਉੱਤੇ ਕੀਤੀ, ਜਨਮ ਤੋਂ ਪਹਿਲਾਂ ਵੀ ਕੀਤੀ, ਜਨਮ ਤੋਂ ਬਾਅਦ ਵਿੱਚ ਵੀ ਕੀਤੀ। ਵੈਸੇ ਪੁਰਾਣੇ ਸਮੇਂ ਵਿੱਚ, ਹੁਣ ਤਾਂ ਥੋੜ੍ਹਾ ਜਿਹਾ ਅਸੀਂ ਪੜ੍ਹੇ ਲਿਖੇ ਜਾਂ ਸਿੱਖ ਹੋ ਗਏ ਨਾ, ਇਸ ਤਰ੍ਹਾਂ ਦੀਆਂ ਗੱਲਾਂ ਵੀ ਕਈ ਤੇ ਪਰਤ ਕੇ ਆਉਂਦੇ ਹੀ ਨੇ, ਕਹਿੰਦੇ ਇਹ ਤੇ ਫਿਰ ਉਹ ਪੁਰਾਣੀਆਂ ਗੱਲਾਂ ਕਰਨ, ਨਵਾਂ ਕੁਝ ਸਿੱਖੀ ਦੀ ਗੱਲ ਸੁਣਾਓ। ਪਹਿਲਾਂ ਇਹ ਸ਼ਬਦ ਹਰ ਇੱਕ ਸਿੱਖ ਮਾਂ ਪੜ੍ਹਦੀ ਸੀ। ਜਦੋਂ ਕਿਸੇ ਬੱਚੇ ਨੇ ਘਰ ਵਿੱਚ ਜਨਮ ਲੈਣਾ ਹੁੰਦਾ ਸੀ ਤੇ ਇਹ ਦੱਸਿਆ ਜਾਂਦਾ ਸੀ ਕਿ ਇੰਨੇ ਮਹੀਨੇ ਇਹ ਸ਼ਬਦ ਰੋਜ਼ ਜਾਪ ਕਰਨਾ ਮਾਂ ਨੇ, ਕਿਉਂਕਿ ਬੱਚਾ ਮਾਂ ਦੀ ਜਿੱਥੇ ਖੁਰਾਕ ਲੈਂਦਾ ਸਰੀਰ ਦੀ, ਉੱਥੇ ਉਹਦੇ ਸ਼ਬਦ ਵੀ ਸੁਣਦਾ ਹੈ, ਅੰਦਰ ਬੋਲਦੀ ਕੀ ਹੈ, ਉਵੇਂ ਦੇ ਸ਼ਬਦ ਸੁਣਦਾ। ਹੁਣ ਜੇ ਮਾਂ ਨੇ ਕ੍ਰਿਕਟ ਵੇਖਣਾ ਹੈ ਤੇ ਬੱਚੇ ਨੇ ਜਨਮ ਲੈਂਦਿਆਂ ਸਾਰ ਫਿਰ ਕ੍ਰਿਕਟ ਹੀ ਖੇਡਣਾ, ਹੋਰ ਕੀ ਕਰੇਗਾ। ਜੇ ਮਾਂ ਨੇ ਸੀਰੀਅਲ ਵੇਖਣੇ ਨੇ ਤੇ ਬੱਚੇ ਨੇ ਵੀ ਫਿਰ ਉਹੀ ਚੀਜ਼, ਉਹ ਅੰਦਰ ਉਹਨੇ ਕੈਚ ਕਰ ਲਿਆ ਜਨਮ ਤੋਂ ਪਹਿਲਾਂ ਹੀ। ਚਲੋ ਕੋਈ ਚੱਜ ਦੀ ਚੀਜ਼ ਹੋਵੇ ਤਾਂ ਗੱਲ ਵੱਖਰੀ ਹੈ। ਤਾਂ ਸੀਰੀਅਲ ਵੀ ਹੁਣ ਤੇ ਇਸ ਤਰ੍ਹਾਂ ਦੇ
ਸਾਲ ਸਾਲ ਚੱਲਦੇ ਨੇ ਲੰਮੇ। ਮੈਂ ਤੇ ਇੱਕ ਵਾਰੀ ਆਉਂਦੇ ਜਾਂਦੇ ਥੋੜ੍ਹਾ ਜਿਹਾ ਕਿਤੇ ਵੇਖਦਾ ਸਾਂ ਝਾਤੀ, ਉਹਦੇ ਵਿੱਚ 2-3 ਬੀਬੀਆਂ ਸਨ, ਬਸ ਰੋਂਦੀਆਂ ਹੀ ਦਿਸਦੀਆਂ ਜਦੋਂ ਕੋਲੋਂ ਲੰਘੀ। ਮੈਂ ਸੋਚਿਆ ਵੀ ਇਹਦੇ ਵਿੱਚ ਰੋਣ ਤੋਂ ਸਿਵਾ ਤੇ ਸਾਲ ਹੋ ਗਿਆ। ਕੋਲੋਂ ਲੰਘਦਿਆਂ ਚੀਜ਼ ਦਿਸ ਪੈਂਦੀ ਵੀ, ਚਿਹਰੇ ਵੀ ਪਹਿਚਾਣ ਵਿੱਚ ਆ ਜਾਂਦੇ ਨੇ ਵੀ ਇਹ ਲਾਇਆ ਹੁੰਦਾ। ਪਤਾ ਨਹੀਂ ਉਹਦੇ ਵਿੱਚ ਕੀ, ਵੇਖਣ ਵਾਲੇ ਵੀ ਗਰਕ ਹੀ ਹੋਏ ਪਏ ਹੁੰਦੇ ਸਨ ਉਹਦੇ ਵਿੱਚ, ਪਰਤ ਕੇ ਪਤਾ ਨਹੀਂ ਦੁਨੀਆ ਰਹਿੰਦੀ ਵੀ ਕਿੱਥੇ ਹੈ ਕਿ ਨਹੀਂ। ਹੁਣ ਜਿਹੜੀ ਚੀਜ਼ ਮਾਂ ਨੇ ਦੇਖਣੀ ਉਹ ਬੱਚੇ ਨੇ ਵੇਖਣੀ। ਇਉਂ ਕਹੋ ਮਾਂ ਦੀਆਂ ਅੱਖਾਂ ਬੱਚੇ ਦੀਆਂ ਅੱਖਾਂ ਨੇ, ਉਹਦੇ ਸ਼ਬਦ ਬੱਚੇ ਨੇ ਸੁਣਨੇ ਨੇ ਜਨਮ ਤੋਂ ਪਹਿਲਾਂ। ਇਸ ਕਰਕੇ ਅੱਜ ਵੀ ਨੇ ਉਹ ਗੁਰਮੁਖ ਜਿਹੜੇ ਜਨਮ ਤੋਂ ਪਹਿਲਾਂ ਇਸ ਤਰ੍ਹਾਂ ਦੇ ਅਭਿਆਸ ਕਰਦੇ ਨੇ, ਇਸ ਤਰ੍ਹਾਂ ਦੀ ਬਾਣੀ ਪੜ੍ਹਦੇ ਨੇ। ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਕਿਸੇ ਮਹਾਰਾਜ ਇਹ ਦਾਤਾਂ ਕਿੱਥੋਂ ਮਿਲੀਆਂ? ਕਹਿਣ ਲੱਗੇ ਸਾਨੂੰ ਕਰਨਾ ਨਹੀਂ ਕੁਝ ਪਿਆ, ਸਾਡੀ ਮਾਂ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਸਾਡੇ ਤੇ। ਉਹਨਾਂ ਨੇ ਕਿਹਾ ਪੂਤਾ ਮਾਤਾ ਕੀ ਅਸੀਸ, ਕਿਉਂਕਿ ਇੱਕ ਗੁਰੂ ਤੇ ਇੱਕ ਮਾਂ, ਇਹ ਦੋਵਾਂ ਦਾ ਸੁਭਾਅ ਬਿਲਕੁਲ ਮਿਲਦਾ ਹੈ। ਗੁਰੂ ਦਾ ਤੇ ਮਾਂ ਦਾ ਸੁਭਾਅ ਇਕੱਠਾ ਹੈ। ਜੇ ਗੁਰੂ ਅਸੀਸ ਦੇਦਾ ਕੋਈ ਕੱਟਣ ਵਾਲਾ ਨਹੀਂ, ਜੇ ਮਾਂ ਅਸੀਸ ਦੇਦਾ ਕੋਈ ਕੱਟਣ ਵਾਲਾ ਨਹੀਂ। ਤੇ ਮਾਂ ਨੇ ਦਿੱਤੀ ਅਸੀਸ ਤੈਨੂੰ ਰੱਬ ਨਾ ਭੁੱਲੇ, ਇਸ ਕਰਕੇ ਭੁੱਲਦੇ ਹੀ ਨਹੀਂ ਗੁਰੂ ਅਰਜਨ ਦੇਵ ਜੀ ਨੂੰ। 11 ਸਾਲ ਦੀ ਉਮਰ ਵਿੱਚ ਇਤਿਹਾਸਕਾਰਾਂ ਨੇ ਲਿਖਿਆ ਸ਼ਾਦੀ ਹੋ ਗਈ ਸੀ ਗੁਰੂ ਅਰਜਨ ਦੇਵ ਜੀ ਦੀ। ਉਹਨਾਂ ਦਾ ਜਿਹੜਾ ਵਿਆਹ ਹੈ ਉਹ ਇੱਥੇ ਤੁਸੀਂ ਜਲੰਧਰ ਦੇ ਨੇੜੇ ਥੋੜ੍ਹਾ ਜਿਹਾ ਪੈਂਦਾ, ਨਵੇਂ ਸ਼ਹਿਰ ਦੇ ਲਾਗੇ ਹੈ, ਮਊ ਪਿੰਡ, ਅੱਜ ਵੀ ਗੁਰਦੁਆਰਾ ਸਾਹਿਬ ਬਣਿਆ। ਇੱਥੇ ਉਹਨਾਂ ਦਾ ਆਨੰਦ ਕਾਰਜ ਇਤਿਹਾਸਕਾਰਾਂ ਨੇ ਤੇ ਇੱਥੋਂ ਤੱਕ ਲਿਖਿਆ ਵੀ ਗੁਰੂ ਅਮਰਦਾਸ ਜੀ ਦੇ ਮੌਜੂਦ ਹੁੰਦਿਆਂ ਹੀ ਸ਼ਾਦੀ ਹੋ ਗਈ ਸੀ। ਸਿਰੇ ਉਹਨਾਂ ਬੱਧੇ ਸਨ, ਸਭ ਕੁਝ ਕੀਤਾ। ਪਰ ਜਦੋਂ ਇੱਥੇ ਬਰਾਤ ਆਈ ਤੇ ਜਿਹੜੇ ਪਿੰਡ ਵਾਲੇ ਸਨ ਉਹਨਾਂ ਨੇ ਇੱਕ ਗੱਲ ਕਹੀ ਇਸ ਥਾਂ ਤੇ ਮਊ ਪਿੰਡ ਵਿੱਚ। ਕਹਿਣ ਲੱਗੇ ਜਿਹੜਾ ਇੱਥੇ ਵਿਆਹੁਣ ਵਾਸਤੇ ਆਉਂਦਾ ਹੈ ਪਹਿਲਾਂ ਉਹ ਘੋੜ ਸਵਾਰੀ ਚੰਗੀ ਜਾਣਦਾ ਹੋਵੇ, ਘੋੜੇ ਤੇ ਚੜ੍ਹ ਕੇ ਆਵੇ ਤੇ ਕਿੱਲਾ ਪੱਟੇ, ਜਿਵੇਂ ਨਿਹੰਗ ਸਿੰਘ ਅੱਜ ਕੱਲ੍ਹ ਨੇਜੇ ਨਾਲ ਦੂਰੋਂ ਘੋੜਾ ਦੌੜਾ ਕੇ ਕਿੱਲਾ ਪੱਟਦੇ। ਘੋੜ ਸਵਾਰੀ ਦਾ ਇੱਕ ਨਿਯਮ ਅੰਦਾਜ਼ ਹੈ, ਤਾਂ ਅਸੀਂ ਮੰਨਾਂਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੇ ਸਾਧ ਸਮਝਦੇ ਸਨ। ਬਹੁਤੇ ਸੰਸਾਰੀ ਜਿਹੜੇ ਨੇ, ਜਿਹੜਾ ਬੰਦਾ ਗੁਰਦੁਆਰੇ ਜਾਣ ਲੱਗ ਪਏ, ਜਿਹਨੇ 5 ਕਕਾਰ ਪਾ ਲਏ, ਰਿਸ਼ਤੇਦਾਰ ਵੀ ਸਮਝਦੇ ਬਸ ਇਹਨੂੰ ਆਉਂਦਾ ਕੱਖ ਨਹੀਂ, ਇਹ ਨਲਾਇਕ ਹੈ। ਉਹਨਾਂ ਦੀ ਧਾਰਨਾ ਇਹ ਬਣ ਜਾਂਦੀ ਏ ਸਾਧ ਸੰਗਤ ਜਿੰਨਾ ਧਰਮੀ ਬੰਦੇ ਨੂੰ ਆਉਂਦਾ ਉਹਨਾਂ ਕਿਸੇ ਨੂੰ ਨਹੀਂ ਆਉਂਦਾ, ਪਰ ਉਹ ਵਰਤਦਾ ਨਹੀਂ ਹੈ ਚੀਜ਼ਾਂ ਨੂੰ। ਉਹ ਇੰਨੀ ਵਰਤੋਂ ਨਹੀਂ ਕਰਦਾ, ਸਭ ਕੁਝ ਜਾਣਦਾ ਹੈ। 14 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਸਾਰਾ ਵਿਗਿਆਨ ਧਰਮ ਦੇ ਅੰਦਰ, ਸਾਰੀ ਕਲਾ ਧਰਮ ਦੇ ਅੰਦਰ, ਸਾਰੀ ਸਰੀਰਕ ਸ਼ਕਤੀ ਧਰਮ ਦੇ ਅੰਦਰ। ਸਾਰੇ ਜੰਗ ਦੇ ਦਾਅ ਪੇ ਚਲਾਕੀਆਂ ਆਉਂਦੀਆਂ ਨੇ ਧਰਮੀ ਬੰਦੇ ਨੂੰ, ਕਹਿੰਦਾ ਕੀ ਮੂਰਖਤਾ ਕਰਨੀ, ਕੋਈ ਫਾਇਦਾ ਕੀ ਇਸ ਚੀਜ਼ ਦਾ। ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਾ, ਕਹਿੰਦੇ ਕੋਈ ਗੱਲ ਨਹੀਂ, ਪੁੱਟ ਦਿਆਂਗੇ ਕਿੱਲਾ। ਪਿੰਡ ਵਾਲਿਆਂ ਨੇ ਹੋਰ ਇੱਕ ਚਾਲ ਖੇਡੀ, ਇੱਕ ਜੰਡ ਦਾ ਰੁੱਖ ਸੀ, ਉਹਨੂੰ ਆਲਿਓਂ ਦੁਆਲਿਓਂ ਕੱਟ ਕੇ ਉਹਦਾ ਕਿੱਲਾ ਬਣਾ ਦਿੱਤਾ, ਥੱਲੇ ਜੜ੍ਹਾਂ ਸਨ। ਸੋਚਿਆ ਬਈ ਪੁੱਟਿਆ ਨਾ ਜਾਏਗਾ, ਕਿਵੇਂ ਦਾ ਸੰਸਾਰ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਘੋੜਾ ਦੌੜਾਇਆ, ਨੇਜੇ ਦੇ ਨਾਲ ਸਮੇਤ ਜੜ੍ਹਾਂ ਦੇ ਉਸ ਜੰਡ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਘੋੜ ਸਵਾਰੀ ਵਿੱਚ ਬੜੇ ਮਾਹਿਰ ਸਨ, ਸ਼ਸਤਰ ਵਿਦਿਆ ਬੜੀ ਸੀ, ਬਾਬਾ ਬੁੱਢਾ ਜੀ ਨੇ ਸਿਖਾਈ ਸੀ। ਸੰਸਕ੍ਰਿਤ ਪੰਡਿਤ ਬੇਣੀ ਨੇ ਸਿਖਾਈ ਸੀ। ਧਿਆਨ ਲਾਉਣਾ ਉਹਨਾਂ ਦੇ ਮਾਮੇ ਮੋਹਣ ਨੇ ਸਿਖਾਇਆ ਸੀ। ਸਾਰਾ ਕੁਝ ਸਿੱਖਿਆ ਸੀ ਉਹਨਾਂ ਨੇ। ਤੇ ਵਿਦਿਆ ਪੰਜਾਬੀ ਦੀ ਜਿਹੜੀ ਗੁਰਮੁਖੀ ਗੁਰੂ ਅਮਰਦਾਸ ਜੀ ਨੇ ਖੁਦ ਸਿਖਾਈ ਸੀ। ਸਾਰੀਆਂ ਕਲਾ ਸਨ, ਚਿੱਤਰਕਾਰੀ ਉਹਨਾਂ ਕੋਲ ਸੀ, ਬਿਲਡਿੰਗਾਂ ਬਣਾਉਣ ਦੀ ਜਿਹੜੀ ਇੰਜੀਨੀਅਰਿੰਗ ਜਿਹਨੂੰ ਆਪਾਂ ਅੱਜ ਕਹਿੰਦੇ ਉਹ ਵੀ ਉਹਨਾਂ ਕੋਲ। ਤੁਸੀਂ ਅੱਜ ਵੇਖੋ ਹਰਿਮੰਦਰ ਸਾਹਿਬ ਕਿੰਨੇ ਚਿਰ ਦਾ ਪਾਣੀ ਵਿੱਚ ਖੜਾ ਹੈ। ਹਰਿਮੰਦਰ ਸਾਹਿਬ ਕਿੰਨੇ ਚਿਰ ਦਾ ਪਾਣੀ ਵਿੱਚ ਖੜਾ ਹੈ, ਕਿੰਨੇ ਖੜਾ ਕੀਤਾ ਸੀ।
ਅੱਜ ਦੇ ਜਿਹੜੇ ਲੋਕ ਸੜਕਾਂ ਬਣਾਉਂਦੇ ਨੇ ਉਹਨਾਂ ਨੂੰ ਕਹਿਣਾ ਚਾਹੀਦਾ ਗੁਰੂ ਅਰਜਨ ਦੇਵ ਜੀ ਤੋਂ ਜਾਚ ਸਿੱਖੋ, ਕੋਈ ਚੱਜ ਦੀ ਚੀਜ਼ ਬਣਾ ਦਿਓ। ਇੱਧਰੋਂ ਬਣਾਉਣੀ ਸ਼ੁਰੂ ਕਰਦੇ ਨੇ, ਅਗਲੇ ਸਿਰੇ ਤੇ ਜਾਂਦੇ ਨੇ, ਪਿੱਛੋਂ ਪੁੱਟੀ ਜਾਂਦੀ ਹੈ, ਪਿੱਛੋਂ ਟੋਏ ਪੈ ਜਾਂਦੇ ਨੇ। ਜੇ ਪੁੱਛੀਏ ਕਹਿੰਦੇ ਜੀ ਕੋਈ ਬੰਦਾ ਚੰਡੀਗੜ੍ਹ ਬੈਠਾ ਉਹ ਸਾਰੀ ਲੁੱਕ ਖਾ ਗਿਆ। ਕਮਾਲ ਹੋ ਗਈ, ਬੰਦੇ ਰੋਟੀਆਂ ਖਾਂਦੇ ਨੇ ਕਿ ਲੁੱਕ ਖਾ ਜਾਂਦੇ ਨੇ ਕਿ ਬਜਰੀ ਖਾ ਜਾਂਦੇ ਨੇ, ਤਾਂ ਕਹਿੰਦੇ ਸੜਕਾਂ ਪੁੱਟੀਆਂ ਜਾਂਦੀਆਂ। ਇਹ ਗੱਲ ਬੜੀ ਕਮਾਲ ਦੀ। ਗੁਰੂ ਅਰਜਨ ਦੇਵ ਜੀ ਵਰਗਾ ਇੰਜੀਨੀਅਰ ਕੋਈ ਨਹੀਂ, ਜਿਨ੍ਹਾਂ ਨੇ ਪਾਣੀ ਦੇ ਵਿੱਚ, ਜਲ ਵਿੱਚ ਹਰਿਮੰਦਰ ਸਾਹਿਬ ਖੜਾ ਕਰ ਦਿੱਤਾ। ਅੱਜ ਤੱਕ ਲੋਕ ਕਹਿੰਦੇ ਨੇ, ਕਹਿੰਦੇ ਧਰਤੀ ਭਾਵੇਂ ਨਸ਼ਟ ਹੋ ਜਾਏ ਪਰ ਇਹਦੀ ਕੋਈ ਉਮੀਦ ਨਹੀਂ, ਥੱਲੇ ਜੜ੍ਹਾਂ ਇੰਨੀਆਂ ਪੱਕੀਆਂ ਨੇ, ਨੀਹਾਂ ਇੰਨੀਆਂ ਪੱਕੀਆਂ। ਸਾਰੀ ਕਲਾ ਸੀ, ਜਦੋਂ ਜੜ੍ਹਾਂ ਪੱਟੀਆਂ ਗਈਆਂ ਸਾਰੇ ਹੈਰਾਨ ਹੋ ਗਏ। ਕਈਆਂ ਨੇ ਇੱਕ ਗੱਲ ਲਿਖੀ ਹੈ, ਕਈਆਂ ਨੇ ਨਹੀਂ। ਕਹਿੰਦੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਸੀ, ਮੌ ਵਾਲਿਆਂ ਦੀਆਂ ਜੜ੍ਹਾਂ ਪੱਟੀਆਂ ਗਈਆਂ ਨੇ। ਸੁਭਾਵਕ ਮਖੌਲ ਕੀਤਾ ਨਾ ਗੁਰੂ ਨੂੰ। ਮੈਂ ਇਹ ਨਹੀਂ ਕਹਿ ਰਿਹਾ ਵੀ ਜ਼ਰੂਰੀ ਹੋਇਆ ਕਿ ਨਹੀਂ, ਜਿੰਨਾ ਕੁ ਮੈਂ ਸੁਣਿਆ ਇਹ ਵੀ ਕਿਹਾ ਵੀ ਇਹਨਾਂ ਦੇ ਹੱਥ ਵਿੱਚ ਠੂਠੇ ਨੇ, ਇਹ ਹੱਥ ਵਿੱਚ ਠੂਠੇ ਲੈ ਕੇ ਬੈਠੇ ਨੇ। ਫਿਰ ਕਹਿੰਦੇ ਨੇ ਮਾਤਾ ਗੰਗਾ ਜੀ, ਉਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਗੁਰੂ ਸਾਹਿਬ ਦੀ ਪ੍ਰੀਖਿਆ ਲਈ, ਆਪ ਚੱਲ ਕੇ ਆਏ, ਬੇਨਤੀ ਕੀਤੀ ਮਹਾਰਾਜ ਕਿਰਪਾ ਕਰਨੀ ਇਸ ਪਿੰਡ ਤੇ। ਇਹ ਕੋਈ ਏਡੇ ਸਿਆਣੇ ਲੋਕ ਨਹੀਂ ਹਨ, ਤੁਸੀਂ ਕ੍ਰੋਧ ਨਾ ਕਰਨਾ, ਇਹਨਾਂ ਨੇ ਬਹੁਤ ਗਲਤੀ ਕੀਤੀ, ਆਪ ਜੀ ਦੀ ਪ੍ਰੀਖਿਆ ਲਈਏ। ਸਤਿਗੁਰਾਂ ਨੇ ਫਿਰ ਅਰਦਾਸ ਸੁਣੀ, ਬਖਸ਼ ਦਿੱਤਾ ਉਸ ਪਿੰਡ ਨੂੰ। ਅੱਜ ਵੀ ਗੁਰਦੁਆਰਾ ਸਾਹਿਬ ਬਣੇ, ਇੱਥੇ ਸ਼ਾਦੀ ਹੋਈ। ਸ਼ਾਦੀ ਤੋਂ ਬਾਅਦ ਗੁਰੂ ਅਰਜਨ ਦੇਵ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ ਚੜ੍ਹਾਈ ਕਰ ਗਏ। ਗੁਰੂ ਰਾਮਦਾਸ ਜੀ ਨੂੰ ਆਗਿਆ ਦਿੱਤੀ, ਕਹਿੰਦੇ ਪੁਰਖਾ ਇੱਥੇ ਸੁਲਤਾਨਵਿੰਡ ਇੱਕ ਪਿੰਡ ਹੈ, ਉੱਥੇ ਨਗਰ ਵਸਾਉਣਾ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਪਹਿਲਾਂ ਆ ਕੇ ਬੈਠੇ ਸੀ, ਜਿੱਥੇ ਜਿਹਨੂੰ ਅੱਜ ਆਪਾਂ ਕਹਿੰਦੇ 68 ਤੀਰਥ। ਜਦੋਂ ਉਤਰੀ ਦਾ ਇੱਧਰੋਂ ਜਾ ਕੇ, ਇੱਧਰੋਂ ਜਾਈਦਾ ਉਦੋਂ ਕਹਿੰਦੇ ਇੱਥੇ ਗੁਰੂ ਨਾਨਕ ਦੇਵ ਜੀ ਆਏ ਸਨ, ਉੱਥੇ ਜਾਓ। ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਤੇ ਇੱਕ ਜ਼ਖਮ ਸੀ, ਛੋਟਾ ਜਿਹਾ ਰਿਸਦਾ ਰਹਿੰਦਾ ਸੀ। ਗੁਰੂ ਅਮਰਦਾਸ ਜੀ ਇੱਥੋਂ ਬੂਟੀ ਲੈ ਕੇ ਗਏ ਸਨ ਹਰਿਮੰਦਰ ਸਾਹਿਬ ਵਾਲੀ ਥਾਂ ਤੋਂ, ਉਹ ਲਾਈ ਤੇ ਉਹ ਜ਼ਖਮ ਜਿਹੜਾ ਰਾਜੀ ਹੋਇਆ। ਗੁਰੂ ਅਮਰਦਾਸ ਜੀ ਨੇ ਕਿਹਾ ਗੁਰੂ ਰਾਮਦਾਸ ਜੀ ਨੂੰ ਉੱਥੇ ਨਗਰ ਵਸਾਉਣਾ ਹੈ। ਇੱਥੋਂ ਤੱਕ ਕਿਹਾ ਹੈ ਕਿ 100 ਰੁਪਏ ਦੇ ਕੇ ਤੁੰਗ ਨਗਰ ਦੇ ਜ਼ਿਮੀਂਦਾਰਾਂ ਤੋਂ ਇਹ ਜ਼ਮੀਨ ਖਰੀਦੀ ਸੀ ਗੁਰੂ ਰਾਮਦਾਸ ਜੀ, ਸਰੋਵਰ ਵਾਲੀ ਜ਼ਮੀਨ। ਭਾਵੇਂ ਕਿ ਅਕਬਰ ਨੇ ਜੰਗੀਰ ਵੀ ਦਿੱਤੀ ਸੀ, ਬਾਅਦ ਵਿੱਚ ਬੀੜ ਬਣਾ ਦਿੱਤੀ ਗਈ, ਪਰ ਉਹਨਾਂ ਨੇ ਠੀਕ ਨਹੀਂ ਸਮਝਿਆ ਕਿ ਅਕਬਰ ਦੀ ਦਿੱਤੀ ਜ਼ਮੀਨ ਦੇ ਉੱਤੇ ਹਰਿਮੰਦਰ ਸਾਹਿਬ ਬਣਾਇਆ ਜਾਏ। ਇੱਥੇ ਸਮੇਤ ਤਿੰਨਾਂ ਪੁੱਤਰਾਂ ਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਏ। ਗੁਰੂ ਕੇ ਮਹਿਲ ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ, ਇੱਥੇ ਤਿੰਨੇ ਪੁੱਤਰ ਨੇ। ਇਹਨਾਂ ਵਿੱਚ ਸਭ ਤੋਂ ਵੱਡੇ ਨੇ ਬਾਬਾ ਪ੍ਰਿਥੀ ਚੰਦ, ਦੂਸਰੇ ਨੇ ਬਾਬਾ ਮਹਾਦੇਵ ਜੀ, ਤੀਸਰੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਇਹਨਾਂ ਤਿੰਨਾਂ ਦੇ ਸੁਭਾਅ ਵੱਖਰੇ ਨੇ, ਤਿੰਨਾਂ ਸਤਿਗੁਰਾਂ ਦੇ ਸੁਭਾਅ ਵੱਖਰੇ ਨੇ। ਗੁਰੂ ਅਰਜਨ ਦੇਵ ਜੀ ਦਾ ਸੁਭਾਅ ਕੀ ਹੈ? ਸਵੇਰ ਤੋਂ ਸ਼ਾਮ ਤੱਕ ਰਸਨਾ ਤੇ ਨਾਮ ਰਹਿਣਾ। ਮੈਂ ਗੱਲ ਕਰ ਰਿਹਾ ਸੀ, ਮਾਂ ਨੇ ਅਸੀਸ ਦਿੱਤੀ ਸੀ, ਪੂਤਾ ਮਾਤਾ ਕੀ ਆਸੀਸ। ਸਹਿਜ ਸੁਭਾਏ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ ਤੇ ਸਿਮਰਨ ਕਰਨਾ, ਸਵੇਰੇ ਫਿਰ ਸੇਵਾ ਕਰਨੀ, ਉਹ ਵੀ ਅਸੀਸ ਮਾਤਾ ਦੀ ਸੀ। ਪੂਤਾ ਮਾਤਾ ਕੀ ਆਸੀਸ, ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਫਿਰ ਕਿਆ ਸਤਿਗੁਰ ਤੁਮ ਕੋ ਹੋਏ ਦਿਆਲਾ, ਇਹ ਵੀ ਅਸੀਸ ਨਾਲ ਹੋਇਆ। ਸਤਿਗੁਰੂ ਦਾ ਮਤਲਬ ਗੁਰੂ ਅਮਰਦਾਸ ਜੀ ਤੁਹਾਡੇ ਤੇ ਬੜੇ ਖੁਸ਼ ਰਹਿੰਦੇ ਨੇ, ਤੁਹਾਡੇ ਤੇ ਖੁਸ਼ ਰਹਿਣਗੇ ਗੁਰੂ ਰਾਮਦਾਸ ਜੀ। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਤੇਰੀ ਪ੍ਰੀਤ ਸਿੱਖਾਂ ਨਾਲ ਹੋਏਗੀ। ਇੱਥੇ ਸੰਤ ਦੇ ਅਰਥ ਨੇ ਗੁਰਸਿੱਖ। ਤੇ ਗੁਰੂ ਅਰਜਨ ਦੇਵ ਜੀ ਗੁਰਸਿੱਖਾਂ ਦੀ ਬੜੀ ਸੇਵਾ ਕਰਦੇ ਸਨ। ਸਾਰਾ ਦਿਨ ਸੇਵਾ ਕਰਨੀ।
ਜਿਹੜੀ ਸੰਗਤ ਆਉਣੀ ਦੂਰੋਂ ਦੂਰੋਂ ਉਹਨਾਂ ਦੀਆਂ ਲੱਤਾਂ ਤੱਕ ਕੁੱਟਣੀਆਂ, ਲੰਗਰ ਪਾਣੀ ਛਕਾਉਣਾ, ਗਰਮ ਪਾਣੀ ਕਰਕੇ ਦੇਣਾ, ਪੈਰ ਕੁੱਟਣੇ। ਇਹ ਕੰਮ 7 ਸਾਲ ਚੱਲਦਾ ਰਿਹਾ। ਸੰਤ ਸੰਗ ਤੇਰੀ ਪ੍ਰੀਤ, ਫਿਰ ਕਹਿੰਦੇ ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਤੇਰੀ ਪਤ ਪਰਮੇਸ਼ਰ ਇਸ ਤਰ੍ਹਾਂ ਰੱਖੇਗਾ ਜਿਵੇਂ ਕੱਪੜਾ ਪਾਇਆ ਬੰਦੇ ਦੀ ਇੱਜ਼ਤ ਢੱਕੀ ਜਾਂਦੀ, ਅਸੀਸ ਦਿੱਤੀ ਮਾਂ ਨੇ। ਤੇ ਇਹਦੇ ਅੱਗੇ ਸ਼ਬਦ ਕਿਹਾ ਭੋਜਨ ਕੀਰਤਨ ਨੀਤ। ਮੈਂ ਕਈ ਕਲਾ ਗਿਣੀਆਂ ਸਨ ਗੁਰੂ ਅਰਜਨ ਦੇਵ ਜੀ ਦੀਆਂ, ਘੋੜ ਸਵਾਰੀ, ਵਿਦਿਆ, ਤੇ ਇੱਕ ਉਹਨਾਂ ਦੀ ਕਲਾ ਹੋਰ ਕਹਿ ਦਿਆਂ, ਕੀਰਤਨੀਏ ਗਜਬ ਦੇ ਸਨ, ਸਿਰੇ ਦੇ ਸਰੰਦਾ ਆਪ ਵਜਾਉਂਦੇ ਸਨ। ਕਿੰਨਾ ਕਿੰਨਾ ਚਿਰ ਇਕੱਲੇ ਕੀਰਤਨ ਕਰਦੇ ਰਹਿਣਾ ਗੁਰੂ ਅਰਜਨ ਦੇਵ ਜੀ ਨੇ। ਅਜੇ ਗੁਰੂ ਕਾਲ ਤੋਂ ਪਹਿਲਾਂ ਸਿੱਖ ਰੂਪ ਵਿੱਚ ਕਿੰਨਾ ਕਿੰਨਾ ਚਿਰ ਕੀਰਤਨ ਕਰੀ ਜਾਣਾ। ਇੱਥੇ ਹੀ ਬਸ ਨਹੀਂ, ਕਿੰਨਾ ਕਿੰਨਾ ਚਿਰ ਉਹਨਾਂ ਨੇ ਧਰਮ ਗ੍ਰੰਥਾਂ ਦਾ ਅਧਿਐਨ ਵੀ ਕੀਤਾ। ਵਿਦਵਤਾ ਬੜੀ ਵੱਡੀ ਸੀ, ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜਾ ਸੰਪਾਦਨ ਕਰ ਦਿੱਤਾ। ਉਹਨਾਂ ਦੇ ਆਪਣੇ ਸ਼ਬਦ ਨੇ, ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਗਲ ਢੰਡੋਲ। ਢੰਡੋਲ ਦਾ ਅਰਥ ਹੈ ਖੋਜਣਾ। ਇਹ ਸ਼ਬਦ ਦੱਸਦੇ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਬੜੇ ਹੀ ਸਿਮਰਤੀਆਂ ਤੇ ਸ਼ਾਸਤਰ ਖੋਲ ਕੇ ਵੇਖੇ ਨੇ ਇਹਨਾਂ ਦੇ ਵਿੱਚ ਕੀ ਹੈ। ਹਾਂ, ਇਹ ਗੱਲ ਵੱਖਰੀ ਹੈ। ਕੁਝ ਪੁਰਸ਼ ਐਸੇ ਨੇ ਇਸ ਧਰਤੀ ਤੇ, ਉਹਨਾਂ ਨੂੰ ਸਾਰੇ ਗ੍ਰੰਥ ਨਹੀਂ ਪੜ੍ਹਨੇ ਪੈਂਦੇ, ਸਾਰੇ ਗ੍ਰੰਥ ਨਹੀਂ ਪੜ੍ਹਨੇ ਪੈਂਦੇ। ਉਹ ਇੱਕ ਅੰਕ ਤੋਂ ਸਾਰਾ ਗ੍ਰੰਥ ਪੜ੍ਹ ਸਕਦੇ, ਉਹਨਾਂ ਦੀ ਸਮਰੱਥਾ ਇੰਨੀ ਹੁੰਦੀ। ਜਿਵੇਂ ਤੁਸੀਂ ਵੇਖੋਗੇ ਨਾ, ਜੇ ਕੋਈ ਅਣਜਾਣ ਲੰਗਰ ਪਕਾਉਣ ਵਾਲਾ ਹੈ, ਜੇ ਉਹ ਦੇਗ ਬਣਾਏਗਾ ਨਾ ਸਬਜ਼ੀ ਦੀ, ਦਾਲ ਦੀ, ਉਹਨੂੰ ਨਹੀਂ ਸਮਝ ਆਉਂਦੀ ਇਹ ਪੱਕੀ ਹੈ ਕਿ ਕੱਚੀ ਹੈ। ਪਰ ਜਿਹੜਾ ਸਿਆਣਾ ਲੰਗਰੀ ਹੈ, ਉਹ ਕੀ ਕਰਦਾ, ਉਹਦੇ ਵਿੱਚੋਂ ਇੱਕ ਦਾਣਾ ਕੱਢ ਕੇ ਉਸ ਇੱਕ ਦਾਣੇ ਵਿੱਚੋਂ ਸਾਰੀ ਦੇਗ ਵੇਖ ਲੈਂਦਾ। ਗੁਰੂ ਅਰਜਨ ਦੇਵ ਜੀ ਨੇ ਕਿਹਾ ਮੈਂ ਸਾਰੇ ਸ਼ਾਸਤਰ ਵੇਖੇ, ਬਹੁਤੇ ਵੇਖਣ ਦੀ ਲੋੜ ਨਹੀਂ ਪਈ, ਬਸ ਇੱਕ ਇੱਕ ਪੰਕਤੀ ਪੜ੍ਹੀ, ਪਤਾ ਲੱਗ ਗਿਆ ਵਿੱਚ ਹੈ ਕੀ, ਕਿੰਨਾ ਕੁ ਪਾਣੀ ਇਹਦੇ ਵਿੱਚ। ਇਹ ਸਾਰਾ ਕੁਝ ਤੇ ਕੀਰਤਨ ਦੀ ਜਿਹੜੀ ਮਹੱਤਤਾ, ਕੀਰਤਨ ਦੀ ਬਹੁਤਾਤ ਸੀ ਉਹਨਾਂ ਵਿੱਚ, ਇਹ 7 ਸਾਲ ਚੱਲਦੀ ਰਹੀ। ਹੋਰ ਬੇਨਤੀ ਕਰਾਂ, ਸੇਵਾ ਸੀ, ਪਰ ਸੇਵਾ ਦਾ ਨਿਸ਼ਾਨਾ ਕੋਈ ਨਹੀਂ ਸੀ ਕਿ ਗੱਦੀ ਤੇ ਪਹੁੰਚਣਾ। ਸੇਵਾ ਬੜੀ ਸੀ, ਘੱਟ ਸੀ ਜਾਂ ਵੱਧ ਸੀ, ਨਿਸ਼ਾਨਾ ਕੋਈ ਨਹੀਂ ਸੀ। ਨਿਸ਼ਕਾਮ, ਉਹਨਾਂ ਨੇ ਖੁਦ ਸ਼ਬਦ ਵਰਤਿਆ ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚ, ਕਹਿੰਦੇ ਨੇ ਸੇਵਾ ਕਰਤ ਹੋਏ ਨਹਿ ਕਾਮੀ। ਕੋਈ ਇਸ ਤਰ੍ਹਾਂ ਦੀ ਸੇਵਾ, ਹੁਣ ਇਹ ਬੜਾ ਔਖਾ ਹੈ। ਬੰਦਾ ਤੇ ਇੱਕ ਛੋਟਾ ਜਿਹਾ ਕੰਮ ਕਰੇ, ਛੋਟਾ ਜਿਹਾ ਕੰਮ, ਪਾਣੀ ਦਾ ਗਿਲਾਸ ਅਸੀਂ ਕਿਸੇ ਨੂੰ ਪਿਆਈਏ, ਅੱਜ ਪਿਆਇਆ ਤੇ ਕੱਲ੍ਹ ਨੂੰ ਕਿਤੇ ਰਾਹ ਤੇ ਮਿਲ ਪਿਆ, ਅਸੀਂ ਭਾਲਦੇ ਹਾਂ ਗੱਲ ਕਰੇ, ਕੱਲ੍ਹ ਪਾਣੀ ਪਿਆਇਆ ਸੀ ਤੁਸੀਂ, ਇੱਛਾ ਬੜੀ ਹੈ, ਭਾਲਦੇ ਹਾਂ ਅਸੀਂ। ਕੱਲ੍ਹ ਤੁਸੀਂ ਪਾਣੀ ਪਿਆ ਸੀ, ਗੱਲ ਨਹੀਂ ਕੀਤੀ, ਜੇ ਉਹਨੇ ਗੱਲ ਨਾ ਕੀਤੀ ਸਾਡਾ ਮਨ ਟੁੱਟ ਜਾਂਦਾ, ਇਹਨੇ ਤੇ ਕੋਈ ਸਾਡੀ ਉਸਤਤ ਹੀ ਨਹੀਂ ਕੀਤੀ। ਹੁਣ ਇਹ ਕਿਵੇਂ ਦੀ ਸੇਵਾ ਜਿਹਦੇ ਵਿੱਚ ਸਾਹਿਬ ਕਹਿੰਦੇ ਕਾਹੂ ਫਲ ਕੀ ਇੱਛਾ ਨਹੀਂ ਬਾਂਛ ਹੈ। ਫਲ ਦੀ ਇੱਛਾ ਹੀ ਕੋਈ ਨਹੀਂ, ਕੰਮ ਕਰੀ ਜਾਣਾ ਕਰੀ ਜਾਣਾ, ਕੋਈ ਇੱਛਾ ਨਹੀਂ ਕੀ ਮਿਲੇ ਕੀ ਨਾ ਮਿਲੇ, ਕੋਈ ਪਰਵਾਹ ਹੀ ਨਹੀਂ। ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੇਵਲ ਭਗਤ ਕੀਰਤਨ ਸੰਗ ਰਾਚੈ, ਕਿਸੇ ਫਲ ਦੀ ਇੱਛਾ ਨਹੀਂ, ਬਸ ਕੰਮ ਕਰੀ ਜਾਣਾ। ਇਹ ਹੈ ਸੇਵਾ। ਸੇਵਾ ਉਹਨਾਂ ਨੇ ਵੀ ਕੀਤੀ, ਸੇਵਾ ਪ੍ਰਿਥੀ ਚੰਦ ਨੇ ਵੀ ਕੀਤੀ, ਪਰ ਇੱਛਾ ਬੜੀ ਵੱਡੀ ਸੀ। ਸੇਵਾ ਤੇ ਜ਼ਿਆਦਾ ਵੀ ਕਰਦੇ ਰਹੇ ਪ੍ਰਿਥੀ ਚੰਦ, ਪਰ ਗੁਰੂ ਅਰਜਨ ਦੇਵ ਜੀ ਸਿੱਖਾਂ ਦੀ ਸੇਵਾ ਕਰਦੇ ਨੇ। ਸੰਤ ਸੰਗ ਤੇਰੀ ਪ੍ਰੀਤ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ। ਤੇਰਾ ਮਨ ਭਵਰਾ ਬਣ ਜਾਏ, ਰੱਬ ਦੇ ਚਰਨਾਂ ਨਾਲ ਜੁੜ ਜਾਏ। ਮਾਤਾ ਭਾਨੀ ਜੀ ਨੇ ਅਸੀਸ ਦਿੱਤੀ ਤੇ ਵਿੱਚ ਕਿਹਾ ਕਿ ਨਾਮ ਦਾ ਅੰਮ੍ਰਿਤ ਤੈਨੂੰ ਮਿੱਠਾ ਲੱਗੇ। ਇਹ ਸਾਰੀਆਂ ਅਸੀਸਾਂ ਬਖਸ਼ੀਆਂ ਮਾਤਾ ਭਾਨੀ ਜੀ ਨੇ। ਗੁਰੂ ਅਰਜਨ ਦੇਵ ਜੀ ਦਾ ਭਰਾ ਸੀ ਮਹਾਦੇਵ, ਉਹ ਸਾਧ ਸੰਗਤ ਬਿਰਤੀ ਜਿਹੜੀ ਉਹਨਾਂ ਦੀ ਹੋਰ ਸੀ। ਮੈਂ 3 ਬਿਰਤੀਆਂ ਦਾ ਜ਼ਿਕਰ, ਹੁਣ ਤਾਂ ਸਮਾਂ ਨਹੀਂ ਰਿਹਾ, ਕੱਲ੍ਹ ਨੂੰ ਕਰਾਂਗੇ ਆਪਾਂ,
पर इत्थों शुरू कर लांगे। कल नूं इन्हां तिन्नां दियां बिरतियां दा वर्णन करांगे। एक महादेव बिरती, एक ਪ੍ਰਿਥੀ ਚੰਦ बिरती, एक गुरु अर्जन देव जी की बिरती। अज साडे विच भी तीन ही काम करदियां ने। असीं कई वारी कहने आ संसार ते जंजाल है, अपना दरवाजा बंद करके जीवो। की हुंदा बाहर, सानू की लोड़, सानू की फायदा। ये झूठा है सारा कुछ। ये महादेव जी की बिरती वो इस तरह करते सन, क्योंकि विआह शादी कराया नहीं सी, साइड ते रहिंदे सन। उन्हां दा सर भी गया। दूजी बिरती गुरु अर्जन देव सच्चे पातशाह जी, सेवा करनी, चाहना कुछ ना, प्यार विच रहना, हलीमी विच रहना, अमृत वेले जागना, गुरसिख दा जीवन जिउं के विखाना। जेड़े गुरसिखां विच ये बिरती है, समझ लो गुरु अर्जन देव जी की बख्शिश उन्हां। एक तीजी बिरती ਪ੍ਰਿਥੀ ਚੰਦ बिरती, वो बिरती बड़ी वखरी है। वो बिरती ये नहीं वेंदी कि संगत का किन्ना कु लाभ होया है, कीर्तन किन्ना कु सुनिया, कथा किन्नी कु सुनी है गुरुद्वारे विच, जां कोई संगत गुरु नाल जुड़ी भी है कि नहीं, किन्ने कु लोग गुरबाणी नाल जुड़े, इहदा नहीं वास्ता। वो बस वार वार गेड़ा जा लिया के गोलक कोलों लंघदे ने भी भरी गई है कि नहीं। ये बिरती ਪ੍ਰਿਥੀ ਚੰਦ वाली है। ध्यान गोलक ते ध्यान ये रखना भी हफ्ते बाद जिहड़ी गोलक गिनी कि किन्नी निकली, इहदे उत्ते खड़ा आ। ये बिरती ਪ੍ਰਿਥੀ ਚੰਦ वाली। ये तिन्ने इक्को वक्त भी काम कर सकदियां ने, ख्याल रखना। तिन्ने बिरतियां माड़ियां नहीं है। गुरसिख महादेव बिरती की वरतों भी कर सकता है कि जदों लोड़ पै संसार विच विचरिया, फिर एकांत हो गया, वखरा हो गया। ये महादेव जी की बिरती है। जे प्रबंध करना, ये भी एक सेवा है। माया गिणनी, ये भी एक बिरती काम दे सकती, पर कोई वधे ना विच गुरु अर्जन देव जी की बिरती काम करे, फिर ये सारियां चीज़ां लाभदायक ने। अगला जिहड़ा गुरु अर्जन देव जी का जीवन इतिहास है, वो है गुरता गद्दी उन्होंने किवें मिली, लाहौर किवें गए, और ਪ੍ਰਿਥੀ ਚੰਦ जी ने किहड़े किहड़े यतन किए गुरता गद्दी प्राप्त करने वास्ते। कल नूं आपां इस विषय के उत्ते विचार करांगे कि सेवा करन दी जाच असीं सीख सकने आ गुरु अर्जन देव जी की सेवा वेख के ते ਪ੍ਰਿਥੀ ਚੰਦ जी की सेवा देख के। आओ हुण समा होया, शब्द पढ़ के आपां समाप्ति करांगे। सारिਆਂ ने किरपा करनी। जपिओ जिन अर्जन देव गुरु, जपिओ जिन अर्जन देव गुरु, जपिओ जपिओ जिन अर्जन देव गुरु, जपिओ जिन अर्जन देव गुरु। फिर संकट जोन गर्भ न आयो, जपिओ जिन अर्जन देव गुरु, जपिओ जिन अर्जन देव गुरु। फिर संकट तत् विचार यह मथुरा, तत् विचार यह मथुरा। जग तारन को अवतार बनायो, जपिओ जिन अर्जन देव गुरु, जपिओ जिन अर्जन देव गुरु। जग तारन को फिर संकट जोन गर्भ न आयो, जपिओ जिन अर्जन देव गुरु, जपिओ जिन अर्जन देव गुरु। फिर संकट
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਆਪਣੀਆਂ ਰਹਿਮਤਾਂ ਝੋਲੀ ਵਿੱਚ ਪਾਉਣ। ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।